बंधन अनिक बार, सर्व कला समरथ डोलन तेरा कुह प्रभु। नानक दे कर हाथ डोलन तेरा कुह प्रभु। नानक दे कर हाथ। धन वाहिगुरु साहिब जियो। रे मन डीग न डोलिया, सीधा मार्ग धाओ। पाछै बाग डरावणो, आगे अगन तलाओ। सह सह जियरा पर रहियो, माँ को अवर न ढंग। नानक गुरमुख छुटिया, हर प्रीतम स्याओ संग। नानक गुरमुख छुटिया, हर प्रीतम स्याओ संग। वाहिगुरु जी का खालसा, वाहिगुरु जी की फतेह। परम सन्मानयोग जुगो जुग अटल चवर छतर ਸਿੰਘਾਸਨ ਦੇ ਮਾਲਕ, ਮਨੁੱਖਤਾ ਦੇ ਸਾਂਝੇ ਰਹਿਬਰ, ਮੁਜੱਸਮਾ ਏ ਆਬੇ ਹਯਾਤ ਸ਼ਬਦ ਗੁਰੂ, ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਪਾਵਨ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਭਾਗਾਂ ਵਾਲੇ ਸਤਸੰਗੀ ਜਨੋ, ਵਡਭਾਗੇ ਹਾਂ ਜੋ ਸਤਿਗੁਰਾਂ ਦੀ ਅਪਾਰ ਦਇਆ ਦੇ ਸਦਕਾ ਪਾਵਨ ਗੋਦ ਦੇ ਅੰਦਰ ਜੁੜ ਕਰਕੇ ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਦਾ ਆਨੰਦ ਮਾਣ ਰਹੇ ਸਾਂ। ਉਪਰੰਤ ਸਤਿਗੁਰਾਂ ਦੀ ਦਇਆ ਦੇ ਸਦਕਾ ਪਾਵਨ ਗੁਰਬਾਣੀ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਜਿਸ ਪਾਵਨ ਸ਼ਲੋਕ ਦਾ ਪਾਠ ਆਪ ਜੀਆਂ ਦੇ ਨਾਲ ਸਾਂਝਾ ਕੀਤਾ, ਇਹ ਪਾਵਨ ਸ਼ਲੋਕ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ 12 ਤੇ ਵਧੀਕ ਸਿਰਲੇਖ ਹੇਠ 7 ਨੰਬਰ ਸ਼ਲੋਕ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਅੰਕ 1410 ਦੇ ਉੱਤੇ ਸ਼ੁਭਾਇਮਾਨ ਹੈ। ਆਓ ਇਸ ਪਾਵਨ ਸ਼ਲੋਕ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਪਾਵਨ ਚਰਨਾਂ ਪਾਸ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਰੋ ਕਿਰਪਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭ ਨੇ ਵਿਚਾਰ ਅਧੀਨ ਸ਼ਲੋਕ ਦੇ ਅੰਦਰ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਉਪਦੇਸ਼ ਬਖਸ਼ਿਸ਼ ਕੀਤਾ ਏ ਵੀ ਤੂੰ ਸਿੱਧਾ ਚੱਲ। ਜਦੋਂ ਤੱਕ ਮਨ ਸਿੱਧਾ ਨਹੀਂ ਚੱਲਦਾ ਨਾ, ਜ਼ਿੰਦਗੀ ਦੇ ਅੰਦਰ ਸਾਡੀ ਆਤਮਕ ਜਿਹੜੀ ਉਚਾਈ ਹੈ ਨਾ, ਉਸ ਪਾਸੇ ਨੂੰ ਤੁਰਿਆ ਨਹੀਂ ਜਾ ਸਕਦਾ। ਮਨ ਦਾ ਸਿੱਧੇ ਤੁਰਨਾ ਅਤ ਦਾ ਜ਼ਰੂਰੀ ਹੈ। ਔਰ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਮੁਬਾਰਕ ਬਾਣੀ ਨੂੰ ਪੜ੍ਹਦੇ ਹਾਂ,
ਸਾਡੇ ਮਨ ਨੂੰ ਹੀ ਸਾਹਿਬ ਨੇ ਬਾਰ-ਬਾਰ ਸੰਬੋਧਨ ਕਰਕੇ ਸਮਝਾਇਆ ਹੈ, ਕਿਉਂਕਿ ਮਸਲਾ ਹੀ ਸਾਰਿਆਂ ਤੋਂ ਜ਼ਿਆਦਾ ਇਹਦਾ ਹੈ। ਇਹਨੂੰ ਇੰਝ ਸਮਝ ਲਈਏ ਸੌਖਿਆਂ। ਪਿੰਡਾਂ ਦੇ ਵਿੱਚ ਅਸੀਂ ਪਹਿਲਾਂ ਜੋ ਖੇਤੀ ਕਰਦੇ ਸੀ, ਬਲਦਾਂ ਦੀ ਵਰਤੋਂ ਕੀਤੀ ਜਾਂਦੀ ਆ। ਇਹ ਮਨ ਸਾਡਾ ਬਲਦ ਵਰਗਾ ਹੈ, ਜਿਸ ਨੇ ਇਸ ਸਰੀਰ ਨੂੰ ਤੋਰਨਾ ਹੈ, ਚਲਾਉਣਾ ਹੈ। ਤੇ ਬਲਦ ਨੂੰ ਤੋਰਨ ਵਾਸਤੇ ਨਾ ਸਾਰਿਆਂ ਤੋਂ ਜ਼ਰੂਰੀ ਦੋ ਕੰਮ ਕਰਨੇ ਪੈਂਦੇ ਸਨ। ਜੇ ਉਹਨੂੰ ਸਿੱਧੇ ਤੋਰਨਾ ਹੈ, ਪਹਿਲੀ ਗੱਲ ਉਹਦੀ ਨੱਕ 'ਚ ਨਕੇਲ ਪਾਉਣੀ ਪੈਂਦੀ ਸੀ। ਜੇ ਨਕੇਲ ਨਾ ਪਾਈ, ਫਿਰ ਆਪ ਹੁਦਰਾ ਹੋ ਕੇ ਦੌੜਦਾ ਇੱਧਰ ਉੱਧਰ ਜ਼ਿਆਦਾ ਸੀ। ਉਹਨੂੰ ਸਿੱਧੇ ਨਹੀਂ ਤੋਰਿਆ ਜਾ ਸਕਦਾ ਜੇ ਉਹਦੀ ਨੱਕ 'ਚ ਨਕੇਲ ਨਹੀਂ ਹੈ। ਦੂਜੀ ਗੱਲ, ਜੇ ਕਿਸੇ ਫਸਲ ਦੇ ਵਿੱਚ ਉਹਨੂੰ ਤੋਰਿਆ ਜਾਂਦਾ, ਕਈ ਵਾਰ ਗੰਨਾ ਵਾਹੁਣ ਵਾਸਤੇ ਵਰਤਿਆ ਜਾਂਦਾ ਸੀ, ਫਿਰ ਉਹਦੇ ਮੂੰਹ ਦੇ ਉੱਤੇ ਛਿੱਕੀ ਪਾਈ ਜਾਂਦੀ ਸੀ ਤਾਂ ਕਿ ਉਹ ਮੂੰਹ ਖੋਲ੍ਹ ਕੇ ਉਸ ਫਸਲ ਨੂੰ ਖਰਾਬ ਨਾ ਕਰ ਸਕੇ, ਖਾ ਨਾ ਸਕੇ। ਮਨ ਵੀ ਇੱਦਾਂ ਦਾ ਹੀ ਆ, ਦੌੜਦਾ ਬਹੁਤ ਹੈ, ਆਪ ਹੁਦਰਾ ਬਹੁਤ ਛੇਤੀ ਹੁੰਦਾ ਹੈ, ਚੰਚਲ ਜ਼ਿਆਦਾ ਹੈ ਨਾ। ਕਬੀਰ ਸਾਹਿਬ ਤਾਂ ਹੀ ਕਹਿੰਦੇ ਨਾ, ਇਹ ਮਨ ਦਾ ਸੁਭਾਅ ਕਿਵੇਂ ਦਾ ਹੈ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹ ਦਿਸ ਜਾਏ। ਇਹਦਾ ਸੁਭਾਅ ਹੈ ਉੱਡਦਾ ਹੈ, ਚੰਚਲ ਵਾਲਾ ਹੈ। ਸਾਹਿਬ ਕਹਿੰਦੇ ਇਹਦੀ ਚੰਚਲਤਾ ਦਾ ਸਾਰਿਆਂ ਤੋਂ ਵੱਡਾ ਕਾਰਨ ਕੀ ਹੈ। ਸਾਹਿਬ ਨੇ ਅੱਜ ਦੇ ਪਾਵਨ ਵਿਚਾਰ ਅਧੀਨ ਸ਼ਲੋਕ ਦੇ ਅੰਦਰ ਬਖਸ਼ਿਸ਼ ਕੀਤੀ ਨਾ, ਰੇ ਮਨ ਡੀਗ ਨਾ ਡੋਲੀਆ, ਸਿੱਧਾ ਮਾਰਗ ਧਾਓ। ਵੀ ਮਨਾ ਸਿੱਧਾ ਤੁਰ, ਐਵੇਂ ਡੋਲਦਾ ਨਾ ਫਿਰ। ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ, ਡੋਲਦਾ ਕਿਉਂ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਸਵੇਰ ਦੇ ਦੀਵਾਨ 'ਚ ਵੀ ਬੇਨਤੀ ਕੀਤੀ ਸੀ ਵੀ ਜਦੋਂ ਕੁਝ ਸਿੱਖਣਾ ਹੈ ਨਾ, ਫਿਰ ਗੁਰੂ ਤੋਂ ਸਿੱਖਣਾ ਹੈ। ਜਦੋਂ ਤੱਕ ਸੰਸਾਰ ਦੇ ਕੋਲੋਂ ਸਿੱਖਾਂਗੇ, ਸਿੱਖਿਆ ਹੀ ਨਹੀਂ ਜਾਣਾ, ਕਿਉਂਕਿ ਮੈਂ ਆਪ ਅਧੂਰਾ ਵਾਂ। ਮੈਂ ਕੀ ਸਿਖਾ ਸਕਦਾ? ਅਧੂਰਾ ਕੁਝ ਵੀ ਨਹੀਂ ਸਿਖਾ ਸਕਦਾ, ਸਿਖਾਉਣ ਵਾਲਾ ਪੂਰਾ ਏ। ਤੇ ਜਦੋਂ ਪੂਰੇ ਦੇ ਕੋਲੋਂ ਸਿੱਖਾਂਗੇ ਨਾ, ਫਿਰ ਉਹਦੇ ਸਿਖਾਏ ਹੋਏ ਦੇ ਉੱਤੇ ਤੁਰਿਆ ਜਾ ਸਕਦਾ ਹੈ। ਅਧੂਰਿਆਂ ਦੇ ਕੋਲੋਂ ਸਿੱਖਾਂਗੇ, ਤੁਰਿਆ ਨਹੀਂ ਜਾਣਾ। ਗੁਰੂ ਦੇ ਕੋਲੋਂ ਸਿੱਖਿਆ ਕਰੀਏ। ਤੇ ਸਾਹਿਬ ਨੇ ਸਿਖਾਇਆ, ਇਹ ਮਨ ਡੋਲਦਾ ਕਿਉਂ ਆ। ਸੰਸਾਰ ਬੜਾ ਕੁਝ ਕਹੇਗਾ ਵੀ ਐਸ ਕਰਕੇ ਡੋਲ ਜਾਂਦਾ ਹੈ ਜੀ, ਐਸ ਕਰਕੇ ਡੋਲ ਜਾਂਦਾ ਹੈ। ਗੁਰੂ ਕਹਿੰਦਾ ਹੈ ਡੋਲਦਾ ਹੈ ਕਿਉਂ? ਕਿਉਂਕਿ ਇਹਦੇ ਅੰਦਰ ਭਰਮ ਹੈ, ਇਹਨੂੰ ਭੁਲੇਖਾ ਹੈ ਕਿ ਮੈਂ ਕੁਝ ਹੈਗਾ, ਮੇਰੇ ਕੋਲ ਕੁਝ ਹੈਗਾ ਏ। ਇਹਨੂੰ ਭਰਮ ਹੈ। ਡੀਗਨ ਡੋਲਾ ਤਊ ਲਾਓ, ਜੋ ਮਨ ਕੇ ਭਰਮਾ। ਇਹਦੇ ਅੰਦਰ ਭਰਮ ਹੈ, ਇਹਨੂੰ ਲੱਗਦਾ ਹੈ ਕਿ ਮੈਂ ਬੜਾ ਤਾਕਤਵਰ ਹਾਂ, ਜੋ ਮੈਂ ਚਾਹਾਂਗਾ ਕਰ ਸਕਦਾ। ਇਹ ਮਨ ਦੇ ਸੁਭਾਅ ਦੀ ਹੈ। ਕਿ ਮਨ, ਜਦੋਂ ਅਸੀਂ ਮਨ ਦੀ ਗੱਲ ਪੜ੍ਹਦੇ ਹਾਂ ਨਾ, ਵਿਦਵਾਨ ਜਦੋਂ ਲਿਖਦੇ ਨੇ ਤੇ ਉਹ ਕਹਿੰਦੇ ਨੇ ਮਨ ਕੋਈ ਸਥੂਲ ਅੰਗ ਨਹੀਂ ਹੈ, ਮਨ ਵਿਚਾਰਾਂ ਦਾ ਸੰਗ੍ਰਹਿ ਹੈ। ਵੀ ਜਿੱਥੇ ਵਿਚਾਰ ਇਕੱਠੇ ਹੁੰਦੇ ਨੇ, ਉਹਨਾਂ ਵਿਚਾਰਾਂ ਦੇ ਇਕੱਠ ਨੂੰ ਅਸੀਂ ਮਨ ਕਹਿ ਦਿੰਦੇ ਹਾਂ। ਇਹ ਮਨ ਫਿਰ ਜਿੱਧਰ ਨੂੰ ਤੋਰਦਾ ਹੈ, ਭਾਵ ਇਹ ਵਿਚਾਰ ਜਿੱਧਰ ਨੂੰ ਤੋਰਦੇ, ਫਿਰ ਉੱਧਰ ਨੂੰ ਦੌੜ ਜਾਈਦਾ ਹੈ। ਸਤਿਗੁਰੂ ਤਾਂ ਕਹਿੰਦੇ ਨੇ ਬਾਰ-ਬਾਰ ਬਾਣੀ ਦੇ ਅੰਦਰ, ਭਲਿਆ ਜੇ ਗੁਰੂ ਦੇ ਕੋਲੋਂ ਸਿੱਖੇਗਾ, ਇਹਦੇ ਅੰਦਰ ਦੇ ਭਰਮ ਕੱਟੇ ਜਾਣਗੇ। ਭਰਮ ਕਾਟੇ ਗੁਰੇ ਆਪਣੇ, ਪਾਏ ਵਿਸ਼ਰਾਮਾ। ਵਿਸ਼ਰਾਮ ਤਾਂ ਮਿਲੇਗਾ ਜੇ ਭਰਮ ਗੁਰੂ ਦੇ ਕੋਲੋਂ ਕਟਵਾ ਲਵਾਂਗੇ। ਤੇ ਗੁਰੂ ਦੇ ਕੋਲੋਂ ਭਰਮ ਕਿਹਦੇ ਕੱਟੇ ਜਾਣਗੇ। ਸਭ ਕਹਿੰਦੇ ਤੇਰੀ ਜ਼ਿੰਦਗੀ ਦੀ ਵੱਡੀ ਮੁਸ਼ਕਲ ਕੀ ਆ। ਜਿਨ੍ਹਾਂ ਨੇ ਤੋਰਨਾ ਸੀ ਨਾ, ਜਿਨ੍ਹਾਂ ਨੇ ਤੈਨੂੰ ਸਿੱਧੇ ਮਾਰਗ ਤੇ ਪਾਉਣਾ ਸੀ, ਜਿਨ੍ਹਾਂ ਨੇ ਦੱਸਣਾ ਸੀ ਵੀ ਰਸਤਾ ਕਿੱਧਰ ਨੂੰ ਹੈ, ਉਹ ਆਪ ਹੀ ਸਾਰੇ ਸੁੱਤੇ ਹੋਏ ਨੇ, ਆਪ ਹੀ ਨਸ਼ੇ ਦੇ ਵਿੱਚ ਰੱਜੇ ਹੋਏ ਨੇ। ਕੋਈ ਮਨੁੱਖ ਸਵੇਰੇ ਤਿਆਰ ਹੋ ਕੇ ਬੜੇ ਵਧੀਆ ਆਪਣੀ ਸਵਾਰੀ ਦੇ ਉੱਤੇ ਗਿਆ ਹੋਵੇ, ਕਈ ਵਾਰ ਹੁੰਦਾ ਨਾ ਵੀ ਸ਼ਾਮ ਦੇ ਵਕਤ ਕੋਈ ਛੱਡਣ ਆਉਂਦਾ ਏ ਉਹਨੂੰ। ਕਿਉਂ? ਕਿਉਂਕਿ ਹੁਣ ਉਹ ਡੋਲਣ ਲੱਗ ਗਿਆ, ਨਸ਼ਾ ਕਰ ਲਿਆ, ਡੋਲਣ ਲੱਗ ਗਿਆ। ਹੁਣ ਪੈਰ ਸਿੱਧੇ ਪਾਸੇ ਨੂੰ ਜਾਂਦੇ ਨਹੀਂ। ਮਨ ਦੀ ਵੀ ਹਾਲਤ ਇਹੀ ਹੈ, ਮਨ ਨੇ ਵੀ ਵਿਕਾਰਾਂ ਦਾ ਨਸ਼ਾ ਹੀ ਇੰਨਾ ਕਰ ਲਿਆ ਏ, ਇਹ ਸਿੱਧਾ ਤੁਰਦਾ ਹੀ ਕੋਈ ਨਹੀਂ ਹੋਣਾ। ਤਾਂ ਸਤਿਗੁਰੂ ਕਹਿੰਦੇ ਨੇ ਬਾਂਹ ਹੁਣ ਗੁਰੂ ਨੂੰ ਫੜਾ, ਗੁਰੂ ਛੱਡ ਕੇ ਆਉਣ ਦੇ ਸਮਰੱਥ ਹੈ। ਗੁਰੂ ਪਹਿਲੀ ਗੱਲ, ਇਹ ਤੇਰੇ ਵਿਕਾਰਾਂ ਦੇ ਨਸ਼ੇ ਨੂੰ ਖਤਮ ਕਰਕੇ ਤੈਨੂੰ ਸਿੱਧੇ ਮਾਰਗ ਦੇ ਉੱਤੇ ਤੋਰੇਗਾ, ਫਿਰ ਪਹੁੰਚਾ ਦੇਵੇਗਾ। ਸਭ ਕਹਿੰਦੇ ਇਕੱਲੇ ਮਨ ਦੀ ਗੱਲ ਨਹੀਂ ਇੱਥੇ ਤਾਂ ਸਾਰਾ ਤੇਰੇ ਸਰੀਰ ਦੇ ਜਿਹੜੇ ਗਿਆਨ ਇੰਦਰੇ ਨੇ, ਸਾਰੇ ਹੀ ਸੁੱਤੇ ਨੇ, ਸਾਰੇ ਹੀ ਵਿਕਾਰੀ ਹੋਏ ਨੇ, ਸਾਰੇ ਹੀ ਐ ਆਨੰਦ ਦੇ ਵਿੱਚ ਨੇ, ਨਸ਼ੇ ਦੇ ਵਿੱਚ ਮਸਤ ਹੋਏ ਨੇ। ਸਭ ਕਹਿੰਦੇ ਬਖਸ਼ਿਸ਼ ਕਰਦੇ ਨੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼੍ਰਵਣ ਸੋਏ
सुन निंद विचार। बड़ा स्पष्ट है। कई बार असीं कह दिंने देखो जी बाणी बहुत औखी है जी, सानू समझ नहीं आती। फिर पढ़िए एक बार, नैनो नींद पर दृष्ट विकार। सौखा ना, समझ आ रहा? अखां सुतियां ने, नैनो भाव अखां सुतियां होईयां ने, किथे? पर दृष्ट विकार, विकारी दृष्टि दे विच। पराया धन, पराया धन, पराइयां वस्तां, पराया हक खोण दे विच इहदा ध्यान ही उधर लगा है। सब कहते नैनो नींद पर दृष्ट विकार, श्रवण सोए सुन निंद विचार। श्रवण भाव कन, कन सुते हुए ने। सब कहते किथे? सुन निंद विचार, निंदिया सुन सुन के। सौखा है ना, समझ आ रहा। असीं ध्यान घट दिंने आ तां समझ सानू औखा आउंदा। असीं ना, मैं अक्सर बेनती करदा हुन्ना, असीं पढ़ जाने आ। मैं पहलां भी बेनती कीती सी भी अक्सर ये सुणन नूं मिलदा है भी जी असीं तां सहज पाठ कर करके छड्ड दित्ते, असीं तां इन्ने सहज पाठ कीते ने, असीं तां नितनेम कर कर, असीं तां इन्ने अखंड पाठ साहिब करके छड्ड दित्ते। ते मैं बेनती करदा हुन्ना भलिओ, छड्डना नहीं सी। जो पढ़िया सी ना ਉਹਨੂੰ ਇਕੱਠਾ ਕਰਨਾ ਸੀ। ਸੰਚ ਹਰ ਧਨ, ਸੰਚ ਦਾ ਭਾਵ ਇਕੱਠਾ ਕਰਨਾ। ਸਭ ਕਹਿੰਦੇ ਇਹਨੂੰ ਇਕੱਠਾ ਕਰਿਆ ਕਰ। ਸੰਚ ਹਰ ਧਨ ਪੂਜ ਸਤਿਗੁਰ। ਅਸੀਂ ਕੀ ਕੀਤਾ? ਪਾਠ ਕਰਕੇ ਛੱਡ ਦਿੱਤੇ। ਸਤਿਗੁਰੂ ਕਹਿੰਦੇ ਛੱਡਣਾ ਸੀ ਪਰ ਪਾਠ ਕਰਕੇ ਨਹੀਂ ਸੀ ਛੱਡਣੇ। ਛੋੜ ਸਗਲ ਵਿਕਾਰ, ਪਾਠ ਕਰਕੇ ਵਿਕਾਰ ਛੱਡਣੇ ਸੀ। ਅਸੀਂ ਪਾਠ ਕਰਕੇ ਪਾਠ ਹੀ ਛੱਡ ਦਿੱਤਾ। ਸੁਣਿਆ ਹੋਵੇਗਾ ਨਾ, ਅਸੀਂ ਤੇ ਜੀ ਇੰਨੇ ਸਹਿਜ ਪਾਠ ਕਰਕੇ ਛੱਡ ਦਿੱਤੇ। सहज पाठ नहीं छड्डने सी, सहज पाठ करके ते विकार छड्डने सी। सब कहते विकार ते नाल लैके तुरिया फिरदा, इहनूं ते छड्डिया ही नहीं। असीं जे सहज पाठ विचार के कीता हुंदा, बाणी नूं विचार के पढ़िया हुंदा, सुरत दे नाल ध्यान दे नाल हौली हौली आनंद लैके। बाणी तां सैब दे नाल गल्लां करनियां ने, पढ़नियां थोड़ी ना, गल्लां ते करीदियां ने। सैब जिवें गल करदे ना, मैं अक्सर उदाहरण दिना हुन्ना, जदों सोदर दी मुबारक बाणी पढ़दे आ ते सतगुरू वचन करदे ने, सोदर तेरा केहा। तेरा कदों कहीदा है? जदों कोई सामने बैठा होवे। इन्ने प्यार दे नाल सतगुरू हाज़र नाज़र जान के गल्लां करदे आ। असीं बाणी जदों पढ़दे आ उदों कहने भी छेती छेती पढ़ लीए। मैं सवेरे ही बेनती कर रहा, असीं छेती छेती पढ़ लीए। सानू छेती बड़ी हुंदी है, फिर तां ही सानू समझ नहीं आउंदी। जदों इहनूं प्यार ना पढ़ांगे ना इदां, सब कहंदे नैनो नींद पर दृष्ट विकार, श्रवण सोए सुन निंद विचार। कन सुते ने, इह सिद्धे पासे जांदे ही नहीं, क्योंकि सुणदे की आ? निंदिया। निंदिया सुन सुन के सुते ने। रसना सोई, जुबान भी सुती हुई है। काहदे विच? लोभ मीठा साध, स्वादां दे विच, लालच दे विच। हाँ, करना की सी इहदे नाल? अखां दे नाल की करना सी? सब कहंदे इन्हां अखां दे नाल परमात्मा दी जोत नूं देखना सी। कन्नां दे नाल की करना है? ए श्रवणो मेरे हो, साचा सुनना नो पठाए। साचा सुनना नो पठाए, शरीर लाए सुनो सत बाणी। सुननी सी सत बाणी ते सुनी है निंद विचार। सब कहंदे तेरा रस्ता गलत हो गया ना। तां मालक ने कहा सी, रे मन डीक ना डोलिया, सीधा मार्ग धाओ, सीधा सीधा चल। असीं रस्ता बदल लिया। सुननी सी सत बाणी ते सुनी है निंद विचार। ते सतगुरु कहंदे इत्थे बस नहीं, मन सोया माया बिस्माद। मन माया दे रंगां च सौ गया, ये भी नहीं जागदा। इन्हें सारियां नूं सीधे मार्ग ते तोरना सी, ये आप भी सौ गया। साडी मुश्किल भी यही है, असीं तां ही सीधे मार्ग ते नहीं तुरदे। साडा मन सुता होया है स्वादां च, माया दे रंगां च, लालचां दे विच, खाण पीण दे स्वादां च, दूजियां दे हक खाण दे स्वाद च। ते मालक कहंदे को विरला इस गृह में जागत रहै, साबत वस्त ओह अपनी लहै। कोई विरला है जिहड़ा जागदा है। ते जागदा कौन है? जिहड़ा गुरु दे नाल जुड़िया। जागण का भाव ये नहीं भी कोई 2 वजे 2:30 वजे मुबारक है, वड्डी बख्शिश है जिहड़ा जागदा है। पर सिर्फ 2-2:30 वजे जागण वाले दा जरूरी नहीं है भी वो सुरत करके जाग रहा है। ये जरूरी नहीं है। मुबारक है, बख्शिश है तां जाग रहा है, पर सुरत जाग रही है। ये विरलियां। तां साहब ने कहा
को विरला इस गृह में जागत रहै, साबत वस्त ओ अपनी लहै। जेड़ा जागेगा वो साबत वस्त लएगा। सगल सहेली अपने रस माती। सब कहते बाकी ज्ञान इंद्रे कर्म इंद्रे अपने अपने रसां दे विच सुते हुए ने, स्वादां दे विच सुते हुए ने। गृह अपने की खबर ना जाती। अपने घर दी ये शरीर घर दी खबर जानी नहीं, पता कीता ही नहीं भी इहदा की हाल है। ये विकारां दे विच पै के रोगी हो गया, सुरत खिंड गई, मन टिकदा नहीं, कदे ख्याल ही नहीं कीता। सगल सहेली अपने रसमाती। गृह अपने की खबर ना जाती। उनते राखै बाप ना माई, उनते राखै मीत ना पाई। दरब सियाणप ना ओए वस होते, दरब सियाणप ना ओए रहते। साध संग दुष्ट वस होते। सतगुरु कहते गुरु की संगत च आया है, ये बड़ी बख्शिश है। आ विकार जिहड़े तैनूं तंग करदे ना, काम क्रोध लोभ मोह हंकार, ये गुरु की संगत दे विच आउण दी बख्शिश दे नाल वस च हो सकदे। उदां जे तूं करें तो फिर तेरे वस दी नहीं है, अपने तरीकिਆਂ दे नाल नहीं। मन जागेगा किहदा? सब ने इसे पावन शब्द दे अंत दे विच बख्शिश कीती। सतगुरु कहंदे सो जागै जिस प्रभ किरपाल। वो जागेगा जिहदे उत्ते प्रभ जी की बख्शिश हो जाएगी, जिहदे उत्ते उहदी नदर होएगी। ते नदर किहदी होएगी? जिहड़ा ढह जावेगा, जिहड़ा कह देवेगा सतगुरु जी तेरी शरण च आ गया, भरोसे दे नाल आ गया, तेरी कृपा दे नाल आया, जे तू बख्शिश कर देवें फिर मैं सीधे मार्ग ते तुर सकदा। सतगुरु ने सानू सिखाया ना, रे मन डीग ना डोलीए, सीधा मार्ग धाओ। मालक कहंदे सीधा तुर, देखी नहीं तो मुश्किलां आउणगियां। बार बार बाणी दे अंदर सतगुरु ने सानू समझाया है, भलिया सीधा तुरेगा फिर ठीक है, जे सीधा नहीं तुरिया तो देखी फिर पाछै बाग डरावणों, आगै अगन तलाओ। जे पिछां तुरेगा भाव पुराना सुभाਅ रखेगा, गलत तुर के पुराने सुभाਅ दे विच तुरिया फिरेगा, विकार फिर कमाएगा तो फिर देखी आत्मक मौत हो जानी। बाग दा भाव है आत्मक मौत। तेरा अंदर खत्म हो जाएगा, ज़मीर खत्म हो जाएगा, तेरी सुरत परमात्मा वाले पासे जुड़ नहीं सकती जे तू गुरु वाले पासे तो पिछे हो गया। पाछै बाग डरावणों, आगै अगन तलाओ। जे तू इसे मार्ग ते तुरिया रहा गलत मार्ग ते, तो फिर देखी आ बार बार जन्म मरण का चक्कर पएगा। अगन तलाओ, जठर अगन दे विच पएगा, बार बार तेरा ये जन्म मरण का चक्कर पिया रहेगा। सुरत करके तू कदे भी गुरु चरना दे विच आके टिक नहीं सकता। शरीर आ सकता है, सुरत नहीं आएगी, सुरत नहीं आएगी। इत्थे असीं अक्सर कहने आ, मैं पहला भी एक बार हाज़री भरी सी, उदों भी बेनती कीती सी भी असीं अक्सर कहने आ सतगुरु जी तुहाडे चरना च आउंदे आ। साहब जी वो रोज़ाना जुड़ते हैं। भाई गुरदास साहब जी तुसीं तां कहिंदे हो भी जे कोई एक वार गुरु दे वाले पासे तुरे तो गुरु अग्यों लैण आउंदा है, चरण शरण गुर एक पैंडा, जाए चल सत गुर कोट पैंडा, आग्या होए लेत है। साहब जी वो सानू तां कदे नहीं लैण आए। असीं तां इत्थे भी रोज़ हाज़री भरदे आ, असीं तां दरबार साहब भी चले जाने आ, इतिहासक गुरु धामां ते तुहाडे चरण छो प्राप्त स्थानां ते जाने, फिर सानू क्यों नहीं लैण आउंदे? फिर भाई गुरदास साहब कह रहे तो गलत नहीं हो सकता। जे भाई गुरदास साहब कह रहे ने चरण शरण गुर एक पैंडा, जाए चल सत गुर कोट पैंडा, आग्या होए लेत है, फिर भाई गुरदास साहब गलत नहीं हो सकते। तो गुरु दे वास्ते जिहड़ी गल कही है, जैसा सतगुर सुनीदा तैसो ही मैं डीठ, फिर जिद्दां दा गुरु वास्ते सुनिया है वो सच भी है। फिर साहब जी वो सानू किदन लैण आओगे? सतगुरु कहंदे लैण ते आवां, कदे तुरतां सही, कदे तुरतां सही। फिर साहब नूं कहिए मालक जी असीं तां रोज़ तुरदे आ। सतगुरु कहंदे इदां नहीं, तेरी हालत असल किवें दी है? मालक धन गुरु अंगद पातशाह ने पावन बाणी दे अंदर सानू समझा दिता। साहब कहंदे कदे उस मनुख दे वल वेखिया जे जिस मनुख दे हथ ना होण, जिस मनुख दे पैर भी ना होण, जिस मनुख दियां अखां भी काम ना करदियां होण,
ਉਸ ਮਨੁੱਖ ਨੂੰ ਕੋਈ ਕਵੇ ਵੀ ਦੌੜ ਕੇ ਆ ਤੇ ਗਲਵਕੜੀ 'ਚ ਲੈ ਲੈ, ਹੋ ਸਕਦਾ ਹੈ ਕਦੇ ਇੱਦਾਂ? ਅਸੀਂ ਕਹਾਂਗੇ ਨਹੀਂ। ਪਰ ਸਤਿਗੁਰੂ ਜੀ ਤੁਸੀਂ ਜਿਹੜੇ ਅਵਸਥਾ ਦੀ ਗੱਲ ਕੀਤੀ ਹੈ, ਹੱਥ ਨਹੀਂ ਹੈਗੇ, ਪੈਰ ਨਹੀਂ ਹੈਗੇ, ਅੱਖਾਂ ਨਹੀਂ, ਸਾਡੇ ਕੋਲ ਤੇ ਸਾਰਾ ਕੁਝ, ਅਸੀਂ ਤਾਂ ਰੋਜ਼ ਆਉਂਦੇ ਹਾਂ। ਸਾਹਿਬ ਕਹਿੰਦੇ ਨਹੀਂ, ਰੋਹਲਾ ਟੁੰਡਾ ਅੰਧਲਾ ਕਿਉਂ ਗਲ ਲੱਗਾ ਧਾਏ। ਫਿਰ ਸਾਹਿਬ ਨੇ ਅੱਗੇ ਜਵਾਬ ਦੇ ਦਿੱਤਾ। ਮਾਲਕ ਕਹਿੰਦੇ ਆ ਬਾਹਰ ਦੇ ਸਰੀਰ ਦੀ ਗੱਲ ਨਹੀਂ ਕਰਦਾ, ਠੀਕ ਹੈ ਬਖਸ਼ਿਸ਼ ਹੈ, ਹੱਥ ਪੈਰ ਸੁਣੇ ਨੇ, ਚੰਗੀ ਗੱਲ ਹੈ, ਪਰ ਸਿਰਫ ਇੱਥੇ ਗੱਲ ਮੁੱਕਦੀ ਨਹੀਂ। ਮੈਂ ਜਿਹੜੀ ਗੱਲ ਕਰਦਾ, ਸਾਹਿਬ ਕਹਿੰਦੇ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੈ ਸਿਆਣੀਏ ਇਮ ਕੰਤ ਮਿਲਾਵਾ ਹੋਏ। ਜੇ ਗੁਰੂ ਨੂੰ ਮਿਲਣਾ ਹੈ ਤੇ ਭੈ ਦੇ ਚਰਨ ਹੋਣੇ ਚਾਹੀਦੇ ਨੇ। ਜਦੋਂ ਗੁਰੂ ਵਾਲੇ ਪਾਸੇ ਨੂੰ ਤੁਰੀਏ ਨਾ, ਘਰੋਂ ਨਿਕਲੀਏ ਤੇ ਸੁਰਤ ਦੇ ਵਿੱਚ ਪ੍ਰਮਾਤਮਾ ਦਾ ਭੈ ਹੋਵੇ। ਇਹ ਨਾ ਹੋਵੇ ਵੀ ਰਸਤੇ ਦੇ ਵਿੱਚ ਘਰੋਂ ਤੁਰਨ ਲੱਗਿਆਂ ਉੱਥੇ ਵੀ ਮਨ ਦੇ ਅੰਦਰ ਕ੍ਰੋਧ ਚੜ੍ਹਿਆ ਹੋਵੇ, ਰਸਤੇ 'ਚ ਆਉਂਦਿਆਂ ਟ੍ਰੈਫਿਕ ਲਾਈਟ ਆ ਗਈ ਤੇ ਉੱਥੇ ਵੀ ਇੱਕਦਮ ਸੁਰ ਢਿੱਲ ਜਾਵੇ, ਕੋਈ ਅੱਗਿਓਂ ਦੀ ਕ੍ਰੋਸ ਕਰਨ ਲੱਗਾ ਉਦੋਂ ਸੁਰ ਢਿੱਲ ਜਾਵੇ। ਸਭ ਕਹਿੰਦੇ ਫਿਰ ਇੱਥੇ ਗੱਲ ਨਹੀਂ ਨਾ ਬਣੀ। ਗੁਰੂ ਦਾ ਭੈ ਤੇ ਹੈ ਹੀ ਨਹੀਂ। ਕੋਈ ਰਸਤੇ 'ਚ ਮਿਲ ਗਿਆ ਜਾਣਕਾਰ, ਉਹਦੇ ਕੋਲ ਖਲੋ ਕੇ ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੀਆਂ ਚੁਗਲੀਆਂ ਕਰ ਲਈਆਂ, ਕਿਸੇ ਦਾ ਮਾੜਾ ਕਰਨ ਵਾਸਤੇ, ਕਿਸੇ ਦਾ ਨੁਕਸਾਨ ਕਰਨ ਵਾਸਤੇ ਪਲੈਨਿੰਗ ਕਰਨ ਲੱਗ ਗਿਆ, ਖਲੋ ਕੇ ਵੀ 10 ਮਿੰਟ ਇਹਦੇ ਨਾਲ ਖਲੋ ਜਾਂਦੇ ਆ। ਭੈ ਤੇ ਨਹੀਂ ਰਿਹਾ, ਭੈ ਤੇ ਖਤਮ ਹੋ ਗਿਆ ਨਾ। ਚੇਤਾ ਨਹੀਂ ਨਾ ਆਇਆ ਵੀ ਗੁਰੂ ਉੱਥੇ ਹੈਗਾ ਸੀ। ਮੈਂ ਸਵੇਰੇ ਹੀ ਬੇਨਤੀ ਕਰ ਰਿਹਾ ਸੀ ਵੀ ਸਾਨੂੰ ਕਦੇ ਕਦੇ ਇੰਜ ਲੱਗਦਾ ਏ ਵੀ ਗੁਰੂ ਸਿਰਫ ਦਰਬਾਰ ਸਾਹਿਬ ਦੇ ਵਿੱਚ ਹੈ, ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੈ, ਬਾਹਰ ਨਹੀਂ ਹੈਗਾ। ਸਾਹਿਬ ਕਹਿੰਦੇ ਨਹੀਂ, ਭੈ ਕੇ ਚਰਨ ਜਿਸ ਪਾਸੇ ਨੂੰ ਵੀ ਤੁਰੇ, ਰੱਬੀ ਡਰ ਤੇਰੀ ਸੁਰਤ ਦੇ ਅੰਦਰ ਰਵੇ। ਭੈ ਦੇ ਚਰਨ ਹੋਣੇ ਚਾਹੀਦੇ ਨੇ। ਕਰ ਭਾਵ ਕੇ, ਹੱਥ ਜਿਹੜੇ ਨੇ ਭਾਵਨਾ ਦੇ ਹੋਣ, ਸ਼ਰਧਾ ਦੇ ਹੋਣ, ਸੇਵਾ ਕਰਦੇ ਹਾਂ, ਮੁਬਾਰਕ ਹੈ। ਤੇ ਕਈ ਵਾਰ ਕੀ ਹੁੰਦਾ ਹੈ, ਸੇਵਾ ਕਰਦਿਆਂ ਹੋਇਆਂ ਅਸੀਂ ਦਿਖਾਉਣਾ ਚਾਹੁੰਦੇ ਕਿਸੇ ਨੂੰ ਵੀ ਕੋਈ ਦੇਖ ਲਵੇ, ਉਹਨਾਂ ਚਿਰ ਸੇਵਾ ਕਰਦੇ ਹਾਂ, ਜਦੋਂ ਪਤਾ ਲੱਗ ਜੇ ਵੀ ਇਹ ਬੰਦਾ ਚਲਾ ਗਿਆ ਤੇ ਚਲੋ ਹੁਣ ਸੇਵਾ ਵੀ ਖਤਮ ਹੋ ਗਈ। ਸਭ ਕਹਿੰਦੇ ਭਾਵਨਾ ਨਹੀਂ ਸੀ ਨਾ, ਫਿਰ ਤੇ ਦਿਖਾਵਾ ਸੀ ਦੂਜਿਆਂ ਨੂੰ ਦਿਖਾਉਣ ਦਾ, ਫਿਰ ਭਾਵਨਾ ਨਹੀਂ ਹੈ। ਜਦੋਂ ਸੇਵਾ ਕਰਦਾ ਹੈ ਤੇ ਭਾਵਨਾ ਹੋਵੇ। ਜਦੋਂ ਭਾਵਨਾ ਦੀ ਗੱਲ ਆਵੇ ਤੇ ਮੈਨੂੰ ਘਟਨਾ ਯਾਦ ਆ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ। ਸਤਿਗੁਰੂ ਦੇ ਦਰ ਦੇ ਉੱਤੇ ਸੇਵਾ ਨਿਭਾਉਂਦੇ ਨੇ, ਲੰਗਰ ਦੇ ਵਿੱਚ ਸੇਵਾ ਕਰਦੇ ਨੇ। ਭਾਈ ਮਹਿਲ ਸਿੰਘ ਜੀ ਇਹ ਘਟਨਾ ਦਾ ਜ਼ਿਕਰ ਅਕਸਰ ਕਰਦੇ ਹੁੰਦੇ, ਜਦੋਂ ਵੀ ਉਹ ਗੱਲ ਕਰਦੇ ਨੇ ਉਹ ਅਕਸਰ ਜ਼ਿਕਰ ਕਰਦੇ ਹੁੰਦੇ। ਕਹਿੰਦੇ ਵੀ ਮੈਂ ਉੱਥੇ ਦਾ ਜਿਹੜਾ ਦ੍ਰਿਸ਼ ਹੈ ਉਹਨੂੰ ਚਿਤਰਨ ਦਾ ਯਤਨ ਕਰਦਾ। ਬਾਬਾ ਦੀਪ ਸਿੰਘ ਜੀ ਬਾਟਾ ਸਾਫ਼ ਕਰ ਰਹੇ ਨੇ। ਇੱਕ ਵਾਰ ਸਾਫ਼ ਕੀਤਾ ਤੇ ਫਿਰ ਦੂਜੀ ਵਾਰ ਸ਼ੁਰੂ ਕਰ ਲਿਆ, ਦੂਜੀ ਵਾਰ ਕੀਤਾ ਫਿਰ ਤੀਜੀ ਵਾਰ ਸ਼ੁਰੂ ਕਰ ਲਿਆ। ਇੰਨੇ ਚਿਰ ਦੇ ਵਿੱਚ ਕਲਗੀਧਰ ਪਾਤਸ਼ਾਹ ਪਿੱਛੇ ਆ ਕੇ ਖਲੋਤੇ ਨੇ, ਦੇਖਦੇ ਨੇ। ਦੇਖਦਿਆਂ ਦੇਖਦਿਆਂ ਜਦੋਂ ਸਾਹਿਬ ਨੇ ਦੇਖਿਆ ਵੀ 2 ਵਾਰ 3 ਵਾਰ ਬਾਟਾ ਸਾਫ਼ ਕਰ ਲਿਆ ਤੇ ਸਤਿਗੁਰੂ ਕਹਿਣ ਲੱਗੇ, ਦੀਪ ਸਿਆ ਕੀ ਕਰਦਾ ਹੈ? ਤੇ ਬਾਬਾ ਦੀਪ ਸਿੰਘ ਕਹਿਣ ਲੱਗੇ, ਸਤਿਗੁਰੂ ਜੀ ਮੈਂ ਬਾਟਾ ਸਾਫ਼ ਕਰਦਾ। ਸਭ ਕਹਿੰਦੇ ਬਾਟਾ ਤੇ ਸਾਫ਼ ਹੋ ਗਿਆ ਪਹਿਲੀ ਵਾਰ ਹੀ, ਹੁਣ ਕੀ ਕਰਦਾ ਹੈ? ਕਹਿੰਦੇ ਮੈਂ ਦੇਖਦਾ ਵੀ ਇਸ ਬਾਟੇ 'ਚ ਨਾ ਜਦੋਂ ਸਾਫ਼ ਕਰਨ ਤੋਂ ਬਾਅਦ, ਮੈਂ ਭਾਵਨਾ ਦੀ ਗੱਲ ਕਰ ਰਿਹਾ, ਇਹਦਾ ਜੇ ਚੀਰ ਫਾੜ ਕਰਾਂਗੇ ਤੇ ਫਿਰ ਕੁਝ ਵੀ ਨਹੀਂ ਨਿਕਲਣਾ। ਭਾਵਨਾ ਨੂੰ ਸਮਝਣ ਦਾ ਯਤਨ ਕਰਨਾ ਹੈ। ਕਹਿੰਦੇ ਮੈਂ ਜਦੋਂ ਬਾਟੇ ਨੂੰ ਦੇਖਦਾ ਨਾ ਤੇ ਬਾਟੇ 'ਚੋਂ ਮੇਰੀ ਆਪਣੀ ਤਸਵੀਰ ਨਜ਼ਰ ਆਉਂਦੀ ਹੈ। ਮੈਂ ਚਾਹੁੰਦਾ ਵੀ ਬਾਟਾ ਉਦੋਂ ਤੱਕ ਸਾਫ਼ ਕਰ ਦੇਵਾਂ ਜਦੋਂ ਮੇਰੀ ਤਸਵੀਰ ਨਾ ਨਜ਼ਰ ਆਵੇ, ਤੁਹਾਡੀ ਤਸਵੀਰ ਨਜ਼ਰ ਆਉਣ ਲੱਗ ਜਾਵੇ। ਇਹ ਹੈ ਭਾਵਨਾ, ਇਹ ਹੈ ਸਤਿਗੁਰੂ ਦੇ ਨਾਲ ਪਿਆਰ। ਜਦੋਂ ਸੇਵਾ ਕਰਦੇ ਹਾਂ ਤੇ ਫਿਰ ਇਹ ਭੁੱਲ ਜਾਇਆ ਕਰੀਏ ਵੀ ਕੌਣ ਦੇਖਦਾ ਹੈ, ਸੰਸਾਰ ਦਾ ਕੋਈ ਦੇਖਦਾ ਹੈ ਜਾਂ ਨਹੀਂ ਦੇਖਦਾ। ਸੇਵਾ ਕਰਦੇ ਹਾਂ ਸਿਰਫ ਇੰਨਾ ਚੇਤਾ ਰੱਖਿਆ ਕਰੀਏ, ਗੁਰੂ ਦੇਖਦਾ ਹੈ। ਉੱਥੇ ਗੱਲ ਬਾਟੇ ਦੀ ਨਹੀਂ ਸੀ, ਉੱਥੇ ਸੀ ਆ ਮਨ ਸਾਫ਼ ਕਰਨ ਦੀ, ਵੀ ਇਸ ਮਨ ਦੇ ਵਿੱਚੋਂ ਅਜੇ ਮੈਂ ਨਿਕਲਦੀ ਹੈ, ਅਜੇ ਹਉਮੈ ਨਿਕਲਦੀ, ਅਜੇ ਇਹ ਮਨ ਕਹਿੰਦਾ ਹੈ ਵੀ ਮੇਰੇ ਕੋਲ ਕੁਝ ਹੈ, ਮੈਂ ਕੁਝ ਕਰ ਸਕਦਾ। ਅਜੇ ਮਨ ਕਹਿੰਦਾ ਹੈ ਮੇਰੇ ਕੋਲ ਤਾਕਤਾਂ ਨੇ। ਸਭ ਕਹਿੰਦੇ ਉਦਣ ਗੱਲ ਬਣੇਗੀ ਜਿੱਦਣ ਤੂੰ ਕਹਿਣ ਲੱਗ ਜਾਵੇਂਗਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਗੱਲ ਤਾਂ ਉਦਣ ਬਣੇਗੀ, ਆਨੰਦ ਤਾਂ ਜੀਵਨ ਦੇ ਅੰਦਰ ਉਦਣ ਆਏਗਾ ਜਿੱਦਣ ਸਾਰਾ ਕੁਝ ਛੱਡ ਕੇ ਕਹਿ ਦੇਵਾਂਗੇ ਨਾ,
ਸਾਹਿਬ ਜੀਓ, ਤੁਹਾਡੀਆਂ ਬਖਸ਼ਿਸ਼ਾਂ, ਤੁਹਾਡੀਆਂ ਦਿੱਤੀਆਂ ਦਾਤਾਂ ਨੇ, ਸੰਸਾਰ ਦੀਆਂ ਦਾਤਾਂ ਤੁਹਾਡੇ ਅੱਗੇ ਰੱਖਾਂਗੇ ਤੇ ਪੱਲੇ ਕੁਝ ਨਹੀਂ ਪੈਣਾ, ਕਿਉਂਕਿ ਤੁਹਾਡੇ ਕੋਲੋਂ ਲੈ ਕੇ ਤੁਹਾਡੇ ਅੱਗੇ ਰੱਖ ਦੇਵਾਂਗੇ। ਤੁਹਾਡੇ ਕੋਲੋਂ ਤਾਂ ਲਈਆਂ ਸੀ, ਤੁਹਾਡੇ ਅੱਗੇ ਰੱਖ ਕੇ ਕੀ ਵਡਿਆਈ ਹੈ? ਇਹਦੇ ਵਿੱਚ ਕੋਈ ਚਤਰਾਈ ਵਡਿਆਈ ਨਹੀਂ ਹੈ। ਸਾਹਿਬ ਕਹਿੰਦੇ ਮਨ ਰੱਖਿਆ ਕਰ ਜਦੋਂ ਗੁਰੂ ਦੇ ਕੋਲ ਆਵੇਂ, ਇਹੀ ਤਾਂ ਚੰਚਲ ਹੈ, ਇਹਨੂੰ ਹੀ ਤਾਂ ਜਿੱਤਣਾ ਹੈ। ਮਨ ਜੀਤਾ ਜਗ ਜੀਤ, ਇਹ ਮਨ ਹੀ ਤਾਂ ਸਾਰਿਆਂ ਤੋਂ ਚੰਚਲ ਹੈ। ਸਾਹਿਬ ਕਹਿੰਦੇ ਇਹਨੂੰ ਸੁਧਾਰ, ਰੇ ਮਨ ਡੀਗ ਨਾ ਡੋਲੀਐ, ਸਿੱਧਾ ਮਾਰਗ ਧਾਓ, ਪਾਛੈ ਬਾਗ ਡਰਾਵਣੋ, ਆਗੇ ਅਗਨ ਤਲਾਓ। ਅੱਗੇ ਅਗਨ ਹੈ, ਅੱਗੇ ਰੋਜ਼ਾਨਾ ਦਾ ਜਨਮ ਮਰਨ ਦਾ ਚੱਕਰ ਹੈ। ਸੁਰਤ ਕਰਕੇ, ਇੱਕ ਹੈ ਸਰੀਰ ਕਰਕੇ, ਇੱਕ ਹੈ ਸਾਡੀ ਸੁਰਤ ਕਰਕੇ, ਜਿਹੜਾ ਕਿ ਰੋਜ਼ਾਨਾ ਦਾ ਹੈ, ਹਰ ਪਲ ਦਾ ਹੈ। ਅੱਜ ਕੁਝ ਕਰਦਿਆਂ ਹੋਇਆਂ ਲਾਲਚ ਆ ਗਿਆ ਮਨ ਦੇ ਵਿੱਚ, ਤੇ ਲਾਲਚੀ ਸੁਭਾਅ ਗੁਰਬਾਣੀ ਕਹਿੰਦੀ ਹੈ ਕਿਹਦਾ ਏ? ਕੂਕਰ ਦਾ, ਕੁੱਤੇ ਦਾ। ਸੁਰਤ ਕਰਕੇ ਉਸੇ ਵੇਲੇ ਜਿਹੜਾ ਜੀਵਨ ਹੈ ਨਾ, ਸਰੀਰ ਬੰਦੇ ਵਾਲਾ, ਜਿਹਨੂੰ ਸਾਹਿਬ ਕਹਿੰਦੇ ਨਾ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ। ਸਰੀਰ ਤਾਂ ਬੰਦੇ ਵਾਲਾ ਸੀ, ਪਰ ਸੁਰਤ ਕਰਕੇ, ਸੁਭਾਅ ਕਰਕੇ ਉਹ ਕੂਕਰ ਵਾਲਾ ਹੋ ਗਿਆ, ਲਾਲਚੀ ਹੋ ਗਿਆ। ਜਦੋਂ ਲਾਲਚ ਆਇਆ ਫਿਰ ਸੁਭਾਅ ਕੂਕਰ ਵਾਲਾ ਹੋ ਗਿਆ। ਜਦੋਂ ਅੰਦਰ ਕ੍ਰੋਧ ਆਇਆ ਤੇ ਸਾਹਿਬ ਕਹਿੰਦੇ ਫਿਰ ਸੁਭਾਅ ਸੱਪ ਵਰਗਾ ਹੋ ਗਿਆ, ਕਿਉਂ ਕ੍ਰੋਧੀ ਦਾ ਸੁਭਾਅ ਹੈ ਨਾ। ਕ੍ਰੋਧੀ ਆਪ ਤੇ ਸੜਦਾ ਹੀ ਸੜਦਾ ਹੈ, ਦੂਜਿਆਂ ਨੂੰ ਵੀ ਸਾੜਦਾ ਹੈ। ਜਿਹੜਾ ਲਾਗੇ ਆ ਗਿਆ ਫਿਰ ਉਹਨੂੰ ਵੀ ਤੰਗ ਕਰੇਗਾ। ਸੱਪ ਦਾ ਸੁਭਾਅ ਵੀ ਤੇਵੇਂ ਦਾ ਹੈ, ਉਹ ਆਪਣੇ ਜ਼ਹਿਰ ਕਰਕੇ ਆਪ ਤੰਗ ਹੈ, ਤੇ ਜਿਹੜਾ ਲਾਗੇ ਗਿਆ ਡੰਗ ਮਾਰ ਕੇ ਉਹਨੂੰ ਵੀ ਤੰਗ ਕਰ ਦਿੱਤਾ। ਸਾਡੀ ਸੁਰਤ ਵੀ ਤਾਂ ਕਦੇ ਕਦੇ ਇੱਦਾਂ ਹੀ ਕਰਦੀ ਹੈ ਨਾ। ਆਪ ਤੇ ਤੰਗ ਹੈਗੇ ਸੀ, ਕੋਈ ਲਾਗੇ ਆਇਆ, ਉਹਨੂੰ ਕੁਝ ਨਾ ਕੁਝ ਇੱਦਾਂ ਦਾ ਆਪਣੀ ਜ਼ੁਬਾਨ ਤੋਂ ਕਹਿ ਦਿੱਤਾ ਵੀ ਉਹ ਵੀ ਤੰਗ ਹੋ ਗਿਆ, ਉਹ ਵੀ ਹੁਣ ਐ ਰਿੱਝਦਾ ਗਿਆ, ਲਾਗੋਂ ਸੜਦਾ ਗਿਆ। ਸਭ ਕਹਿੰਦੇ ਫਿਰ ਤੂੰ ਸੱਪ ਤੋਂ ਘੱਟ ਹੈ ਕਿਤੇ, ਤੇਰੀ ਸੁਰਤ ਵੀ ਤੇ ਉਦਾਂ ਦੀ ਹੋ ਗਈ ਨਾ। ਸਰੀਰ ਕਰਕੇ ਤਾਂ ਬੰਦੇ ਵਰਗਾ ਸੀ, ਪਰ ਸੁਰਤ ਹਿੱਲ ਗਈ। ਸੁਰਤ ਨਹੀਂ ਖਿੰਡਣੀ ਚਾਹੀਦੀ ਸੀ। ਸੁਰਤ ਸਿਰਫ ਉਦੋਂ ਟਿਕੇਗੀ ਜਦੋਂ ਸਤਿਗੁਰੂ ਦੇ ਦਰ ਤੇ ਆ ਕੇ ਸਾਹਿਬ ਕਹਿੰਦੇ ਨਾ ਸੋ ਜਾਗੈ ਜਿਸ ਪ੍ਰਭ ਕਿਰਪਾ, ਤੇ ਸੁਭਾਅ ਬਣਾ ਲਈਏ। ਸਭ ਕਹਿੰਦੇ ਸੇਵਾ ਕਰਿਆ ਕਰ। ਸੇਵਾ ਦੀ ਗੱਲ ਕਰ ਰਹੇ ਹਾਂ। ਸਭ ਕਹਿੰਦੇ ਸੇਵਾ ਕਰਿਆ ਕਰ। ਸੇਵਾ ਕਰਦਿਆਂ ਹੋਇਆਂ ਸੁਭਾਅ ਕਿਵੇਂ ਦਾ ਹੋਵੇ? ਹਸਤੀ ਸਿਰ ਜਿਉ ਅੰਕਸ਼ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕਹਿ, ਉਬੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਸਭ ਕਹਿੰਦੇ ਇੱਦਾਂ ਬਖਸ਼ਿਸ਼ ਹੋਏਗੀ। ਇਹ ਮਨ ਤੇ ਤਨ ਗੁਰੂ ਦੇ ਚਰਨਾਂ 'ਚ ਅਰਪਣ ਕਰਦੇ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਹਾਥੀ ਨੇ ਮਹਾਵਤ ਦੇ ਕੁੰਡੇ ਦੇ ਹੇਠਾਂ ਆਪਣਾ ਸਿਰ ਕਰ ਦਿੱਤਾ, ਹੁਣ ਮਹਾਵਤ ਜਿੱਧਰ ਨੂੰ ਕੁੰਡਾ ਮਾਰਦਾ ਹੈ ਉਧਰ ਨੂੰ ਹਾਥੀ ਤੁਰ ਪੈਂਦਾ। ਤਾਕਤਵਰ ਬੜਾ ਹੈ ਹਾਥੀ, ਮਹਾਵਤ ਤੋਂ ਕਈ ਗੁਣਾ ਤਾਕਤਵਰ ਹੈ, ਪਰ ਉਹਨੇ ਆਪਣੇ ਆਪ ਨੂੰ ਕੁੰਡੇ ਦੇ ਅੱਗੇ ਸਮਰਪਿਤ ਕਰ ਦਿੱਤਾ। ਤੂੰ ਗੁਰੂ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦੇ। ਦੂਜੀ ਉਦਾਹਰਨ ਦਿੱਤੀ, ਅਹਰਣ ਜਿਉਂ ਸਿਰ ਦੇ। ਜਿਵੇਂ ਅਹਰਣ ਜਿਹੜੀ ਹੈ ਉਹ ਆਪਣੇ ਸਿਰ ਨੂੰ ਹਥੌੜੇ ਦੇ ਅੱਗੇ ਦੇ ਦਿੰਦੀ ਹੈ ਨਾ, ਪ੍ਰਵਾਹ ਨਹੀਂ। ਹੁਣ ਹਥੌੜਾ ਕਿੰਨੀ ਤੇਜ਼ ਵੱਜੇ ਫਰਕ ਨਹੀਂ ਪੈਂਦਾ। ਸਭ ਕਹਿੰਦੇ ਇੱਦਾਂ ਆਪਣੇ ਆਪ ਨੂੰ, ਆਪਣੇ ਮਨ ਨੂੰ ਗੁਰੂ ਚਰਨਾਂ ਦੇ ਅੰਦਰ ਟਿਕਾ ਦੇ। ਹੁਣ ਗੁਰੂ ਜੋ ਕਵੇ ਬਸ ਉਹੀ ਸੱਚ ਹੈ। ਜਿੱਧਰ ਨੂੰ ਗੁਰੂ ਤੋਰੇ ਉਧਰ ਨੂੰ ਹੀ ਜਾਣਾ ਹੈ। ਜਹਾਂ ਬੈਸਾਲਾਂ ਤਹਾਂ ਬੈਸਾਂ, ਜਹਾਂ ਭੇਜਾਂ ਤਹਾਂ ਜਾਵਾਂ। ਹੁਣ ਨਹੀਂ ਫਰਕ ਪੈਂਦਾ ਵੀ ਕੀ ਹੋਵੇਗਾ, ਇਸ ਗੱਲ ਦੀ ਤੇ ਪਰਵਾਹ ਹੀ ਛੱਡ ਦਿੱਤੀ ਹੈ। ਹੁਣ ਜਿਨ੍ਹਾਂ ਨੇ ਪਰਵਾਹ ਕੀਤੀ ਉਹ ਦੌੜ ਗਏ, ਫਿਰ ਆਨੰਦਪੁਰ ਦਾ ਕਿਲ੍ਹਾ ਛੱਡ ਕੇ ਫਿਰ ਦੌੜਦੇ ਨੇ। ਜਿਨ੍ਹਾਂ ਨੇ ਪਰਵਾਹ ਗੁਰੂ ਦੇ ਵਾਲੇ ਪਾਸੇ ਕਰ ਦਿੱਤੀ ਵੀ ਗੁਰੂ ਨੂੰ ਪਰਵਾਹ ਹੈ, ਜਿਵੇਂ ਚੰਗਾ ਲੱਗਦਾ ਹੈ ਉੱਦਾਂ ਕਰ ਲਵੇ, ਫਿਰ ਉਹ ਅਕਹਿਰੇ ਸਰੀਰ ਵਾਲਾ ਪਰਵਾਹ ਨਹੀਂ ਕਰਦਾ। ਭਾਈ ਬਚਿੱਤਰ ਸਿੰਘ, ਉਹ ਸਤਿਗੁਰੂ ਨੇ ਹੁਕਮ ਕਰ ਦਿੱਤਾ ਹੈ, ਥਾਪੜਾ ਦੇ ਦਿੱਤਾ ਹੈ, ਬਸ ਹੁਣ ਮੈਨੂੰ ਕੋਈ ਪਰਵਾਹ ਨਹੀਂ ਹੈ। ਹੁਣ ਪਰਵਾਹ ਗੁਰੂ ਨੂੰ ਹੈ। ਜੇ ਰੱਖਣਾ ਹੋਵੇਗਾ ਤਾਂ ਵੀ ਗੁਰੂ ਦੀ ਮਰਜ਼ੀ ਹੈ, ਨਹੀਂ ਰੱਖਣਾ ਹੋਵੇਗਾ ਤਾਂ ਵੀ ਗੁਰੂ ਦੀ ਮਰਜ਼ੀ ਹੈ। ਪਰਵਾਹ ਨਹੀਂ ਹੈ। ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਪਰਵਾਹ ਹੀ ਗੁਰੂ ਦੀ ਹੈ। ਹੁਣ ਉੱਥੇ ਜੇ ਸਾਡੀ ਸੁਰਤ ਕਰਕੇ ਸਾਡੀ ਸਿਆਣਪ ਉੱਥੇ ਹੁੰਦੀ, ਦੁਨੀ ਚੰਦ ਵਾਂਗ ਜੇ ਸਿਆਣਪ ਵਰਤ ਲਈਏ ਫਿਰ ਤੇ ਦੌੜਨਾ ਸੀ ਨਾ। ਫਿਰ ਕਿਹਦਾ ਮਨ ਕਰਦਾ ਹੈ ਵੀ ਮਸਤ ਹਾਥੀ ਦੇ ਅੱਗੇ ਜਾਇਆ ਜਾਵੇ। ਪਰ ਜਿਹੜਾ ਸਮਰਪਿਤ ਹੋ ਗਿਆ, ਜਿਹਨੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਅੰਦਰ ਟਿਕਾ ਦਿੱਤਾ, ਫਿਰ ਉਹ ਪਰਵਾਹ ਨਹੀਂ ਕਰਦਾ। ਉਹ ਕਹਿੰਦਾ ਹੈ ਗੁਰੂ ਵੇਖੇ ਕੀ ਕਰਨਾ ਹੈ। ਸਤਿਗੁਰੂ ਨੇ ਕਿਹਾ ਹੈ
ਵੀ ਉਸ ਮਸਤ ਹਾਥੀ ਦੇ ਨਾਲ ਮੁਕਾਬਲਾ ਕਰਨਾ ਹੈ, ਬਸ ਇੰਨੇ ਦੇ ਨਾਲ ਮਤਲਬ ਹੈ। ਅਸੀਂ ਵੀ ਤੇ ਕਰਦੇ ਹਾਂ ਨਾ, ਚਾਹੁੰਦੇ ਤੇ ਅਸੀਂ ਵੀ ਆ। ਕਈ ਵਾਰ ਸਾਡਾ ਮਨ ਵੀ ਕਰਦਾ ਹੈ ਨਾ, ਸਹਿਸਾ ਜੀਅਰਾ ਪਰ ਰਹਿਓ ਮਾਕਾ ਅਵਰ ਨਾ ਢੰਗ। ਜਦੋਂ ਮਨ ਡਰਦਾ ਹੈ ਨਾ, ਸਹਿਮ ਦੇ ਵਿੱਚ ਹੈ, ਅੰਦਰ ਜਦੋਂ ਡਰਿਆ ਹੁੰਦਾ ਹੈ, ਫਿਰ ਸਮਝ ਆ ਜਾਂਦੀ ਵੀ ਕੋਈ ਹੋਰ ਢੰਗ ਨਹੀਂ ਹੈਗਾ ਬਚਣ ਦਾ। ਮਾਕਾ ਅਵਰ ਨਾ ਢੰਗ, ਮੈਨੂੰ ਕੋਈ ਹੋਰ ਢੰਗ ਰਸਤਾ ਨਹੀਂ ਪਤਾ, ਪਰ ਤੁਰਦੇ ਫਿਰ ਵੀ ਨਹੀਂ ਹੈ। ਅਕਸਰ ਹੁੰਦਾ ਹੈ, ਅਕਸਰ ਇਹ ਗੱਲ ਕਹੀ ਜਾਂਦੀ ਹੈ। ਦੇਖੋ ਜੀ, ਅਸੀਂ ਗੁਰੂ ਵਾਲੇ ਬਣਨਾ ਤੇ ਚਾਹੁੰਦੇ ਹਾਂ, ਬਾਣੀ ਪੜ੍ਹਨਾ ਤੇ ਚਾਹੁੰਦੇ ਹਾਂ, ਪਰ ਪੜ੍ਹੀ ਨਹੀਂ ਜਾਂਦੀ। ਗੁਰੂ ਵਾਲੇ ਬਣਨਾ ਚਾਹੁੰਦੇ ਹਾਂ, ਪਰ ਤੁਰਿਆ ਨਹੀਂ ਜਾਂਦਾ ਉੱਧਰ ਨੂੰ। ਪਤਾ ਹੈ ਨਾ ਵੀ ਰਸਤਾ ਠੀਕ ਕਿਹੜਾ ਹੈ, ਰਸਤਾ ਪਤਾ ਹੈ, ਫਿਰ ਵੀ ਨਹੀਂ ਤੁਰ ਕੇ ਰਾਜ਼ੀ। ਕਬੀਰ ਸਾਹਿਬ ਕਹਿੰਦੇ ਹੁਣ ਤੈਨੂੰ ਕੀ ਸਮਝਾਵਾਂ। ਕਬੀਰ ਮਨ ਜਾਣੈ ਸਭ ਬਾਤ, ਪਤਾ ਤੇ ਹੈ ਵੀ ਗੁਰੂ ਵਾਲੇ ਪਾਸੇ ਜਾਣਾ ਹੈ, ਪਰ ਫਿਰ ਵੀ ਨਹੀਂ ਤੁਰਦਾ, ਤੇ ਹੁਣ ਕੀ ਕੀਤਾ ਜਾ ਸਕਦਾ ਹੈ। ਹੁਣ ਵੀ ਅਜੇ ਕਹਿਣਾ ਹੈ ਵੀ ਉਧਰ ਨੂੰ ਕੌਣ ਜਾਏਗਾ, ਉੱਥੇ ਦੀਵਾ ਕੌਣ ਜਗਾਏਗਾ, ਉੱਥੇ ਚਾਦਰ ਕੌਣ ਚੜਾਏਗਾ। ਅਜੇ ਵੀ ਚੱਲਦਾ ਹੈ ਕਦੇ ਕਦੇ ਮਨ ਦੇ ਅੰਦਰ ਵੀ ਦੂਜੇ ਪਾਸੇ ਵੀ ਤੇ ਜਾਣਾ ਹੈ, ਰਿਸ਼ਵਤ ਵੀ ਤੇ ਲੈਣੀ ਹੈ। ਪਤਾ ਤੇ ਹੈ ਵੀ ਗੁਰੂ ਮਨਾ ਕਰਦਾ ਹੈ, ਪਰ ਉਹ ਰਿਸ਼ਵਤ ਛੱਡਾਂ ਕਿਵੇਂ, ਪਰਿਵਾਰ ਵੀ ਪਾਲਣਾ ਹੈ। ਚੱਲਦਾ ਹੈ ਨਾ ਕਦੇ ਕਦੇ ਮੰਨਦੇ ਆ ਵੀ ਪਰਿਵਾਰ ਵੀ ਪਾਲਣਾ ਹੈ, ਰਿਸ਼ਵਤ ਲੈਣੀ ਪੈਣੀ ਹੈ, ਕੀ ਕਰੀਏ, ਪਰ ਪਤਾ ਹੈ ਵੀ ਗਲਤ ਹੈ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੈ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੈ। ਹੱਥ 'ਚ ਦੀਵਾ ਫੜਿਆ ਹੈ, ਫਿਰ ਵੀ ਖੂਹ 'ਚ ਡਿੱਗਦੇ ਫਿਰਦੇ ਆ, ਕਿਉਂਕਿ ਸਤਿਗੁਰੂ ਨੇ ਸਮਝਾ ਦਿੱਤਾ ਸੀ ਨਾ, ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ, ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਪਤਾ ਸਾਰਿਆਂ ਨੂੰ ਹੀ ਹੈ, ਕਿਸੇ ਨੂੰ ਪੁੱਛ ਲਵੋ, ਨਸ਼ਾ ਕਰਨ ਵਾਲੇ ਨੂੰ ਕਹੋ ਨਾ ਵੀ ਨਸ਼ਾ ਚੰਗਾ ਹੈ, ਉਹ ਕਹੇਗਾ ਨਹੀਂ ਮਾੜਾ ਹੈ, ਚੰਗਾ ਨਹੀਂ ਹੁੰਦਾ। ਪੁੱਤਰ ਨੂੰ ਲਾਗੇ ਨਹੀਂ ਜਾਣ ਦਿੰਦਾ ਨਸ਼ੇ ਦੇ, ਬੱਚਿਆਂ ਨੂੰ ਲਾਗੇ ਨਹੀਂ ਜਾਣ, ਆਪ ਕਰਦਾ ਹੈ, ਬੱਚਿਆਂ ਨੂੰ ਲਾਗੇ ਨਹੀਂ ਜਾਣ ਦਿੰਦਾ, ਕਿਉਂਕਿ ਪਤਾ ਹੈ ਵੀ ਮਾੜਾ ਹੈ, ਪਰ ਛੱਡ ਕੇ ਰਾਜੀ ਨਹੀਂ ਹੈ, ਛੱਡਦਾ ਨਹੀਂ ਹੋਣਾ, ਛੱਡਣਾ ਔਖਾ ਹੋਇਆ ਹੈ। ਪਤਾ ਹੈ ਵੀ ਰਿਸ਼ਵਤ ਲੈਣੀ ਮਾੜੀ ਹੈ, ਸਹਿਮ ਦੇ ਵਿੱਚ ਜਿਉਂਦਾ ਹੈ ਨਾ, ਜਿਹੜਾ ਰਿਸ਼ਵਤ ਲਏਗਾ ਸਹਿਮ ਦੇ ਵਿੱਚ ਹੈ ਨਾ। ਹੁਣ ਸੌਖਾ ਇੰਜ ਸਮਝ ਲਈਏ, ਕੋਈ ਮਨੁੱਖ ਹੈ, ਉਹਦਾ ਫੋਨ ਆਇਆ ਘਰ, ਅਸੀਂ ਗਏ ਹੋਈਏ, ਕਈ ਵਾਰ ਫੋਨ ਕਰਕੇ ਦੱਸਦੇ ਨਾ ਵੀ 2 ਘੰਟੇ ਲੱਗਣੇ ਨੇ, 2 ਘੰਟਿਆਂ 'ਚ ਘਰ ਆ ਜਾਣਾ, 200 ਕਿਲੋਮੀਟਰ ਰਹਿ ਗਿਆ, 3 ਘੰਟਿਆਂ 'ਚ ਆ ਜਾਣਾ, 4 ਘੰਟਿਆਂ 'ਚ ਆ ਜਾਣਾ ਘਰ। ਮੈਂ ਪਤਾ ਹੈ ਨਾ ਰੋਜ਼ ਦਾ ਚੱਲਣ ਵਾਲਾ ਹੈ, ਸਫ਼ਰ ਪਤਾ ਹੈ ਵੀ ਕਿੰਨਾ ਹੈ, ਪਤਾ ਹੈ ਵੀ ਕਿੱਥੇ ਰੁਕਣਾ ਪੈਣਾ, ਅਤੇ ਵਕਤ ਪਤਾ ਹੈ ਵੀ ਕਿੰਨਾ ਲੱਗਣਾ ਹੈ। ਉਹਨੇ ਦੱਸ ਦਿੱਤਾ ਵੀ ਮੈਂ 4 ਘੰਟਿਆਂ 'ਚ ਘਰ ਪਹੁੰਚ ਜਾਣਾ, 200 ਕਿਲੋਮੀਟਰ ਰਹਿ ਗਿਆ। ਉਹ ਪਹੁੰਚ ਜਾਏਗਾ, ਪਰ ਜਿਹੜਾ ਗਲਤ ਕਰ ਰਿਹਾ ਹੈ, ਜਿਹਨੇ ਪਾਪ ਕਮਾਉਣਾ ਹੈ, ਜਿਹਦੀ ਗੱਡੀ ਦੇ ਵਿੱਚ ਨਸ਼ਾ ਪਿਆ ਹੈ, ਜਿਹਦੀ ਗੱਡੀ ਦੇ ਵਿੱਚ ਕੋਈ ਇੱਦਾਂ ਦੀ ਗਲਤ ਚੀਜ਼ ਪਈ ਹੈ, ਜਿਹਦੇ ਫੜੇ ਜਾਣ ਦਾ ਡਰ ਹੈ, ਅੱਗੇ ਨਾਕਾ ਦਿਖਿਆ, ਹੁਣ ਕਈ ਵਾਰ ਸੋਚਦਾ ਹੈ ਵੀ ਇੱਧਰੋਂ ਦੀ ਗਿਆ ਤੇ ਫੜਿਆ ਜਾਵਾਂਗਾ। ਸਹਿਮ ਆ ਗਿਆ ਨਾ। ਸਹਿਮ ਕਿੱਦਣ ਆਇਆ, ਜਿੱਦਣ ਹੁਣ ਕਿਸੇ ਦੇ ਕਰਕੇ ਸਹਿਮ ਤੇ ਨਹੀਂ ਹੈ, ਉਸੇ ਨਾਕੇ ਤੋਂ ਲੰਘਣ ਵਾਲੇ ਬੜੇ ਨੇ, ਉਹਨਾਂ ਨੂੰ ਕੋਈ ਸਹਿਮ ਨਹੀਂ, ਲੰਘ ਜਾਂਦੇ ਨੇ, ਬੜੀਆਂ ਗੱਡੀਆਂ ਲੰਘ ਰਹੀਆਂ, ਪਰ ਇਹਨੂੰ ਸਹਿਮ ਹੈ, ਕਿਉਂਕਿ ਗਲਤ ਇਹ ਹੈ। ਸਹਿਮ ਦਾ ਕਾਰਨ ਉੱਥੇ ਨਾਕਾ ਨਹੀਂ ਹੈ, ਸਹਿਮ ਦਾ ਕਾਰਨ ਅੰਦਰ ਦਾ ਪਾਪ ਹੈ, ਅੰਦਰ ਦੇ ਔਗਣ ਨੇ, ਅੰਦਰ ਦੇ ਗਲਤ ਕੰਮ ਸਹਿਮ ਦਾ ਕਾਰਨ ਨੇ। ਉੱਥੋਂ ਹੁਣ ਲੰਘਣਾ ਨਹੀਂ ਚਾਹੁੰਦਾ, ਕਈ ਵਾਰ ਵਾਪਸ ਮੁੜ ਜਾਂਦਾ ਹੈ, ਕਈ ਵਾਰ ਉੱਤੋਂ ਦੀ ਲੰਘ ਕੇ ਵੀ ਕੋਈ ਹੋਰ ਰਸਤਾ ਲੱਭ ਕੇ, ਸਮਾਂ ਵੱਧ ਲੱਗੇਗਾ, ਪੈਂਡਾ ਵੱਧ ਆਉਣਾ ਪਏਗਾ, ਘੁੰਮ ਕੇ ਫੇਰ ਪਹੁੰਚੇਗਾ ਪਰਿਵਾਰ ਕੋਲ। ਅੰਦਰ ਦੇ ਸਹਿਮ ਨੇ ਇਹਨੂੰ ਡਰਾ ਦਿੱਤਾ। ਠੀਕ ਇੱਦਾਂ ਹੀ ਅਸੀਂ ਅੰਦਰ ਦੇ ਸਹਿਮ ਕਰਕੇ, ਔਗਣਾ ਕਰਕੇ ਗੁਰੂ ਦੇ ਕੋਲ ਆਉਂਦੇ ਹਾਂ, ਪਰ ਮੰਨ ਕੇ ਰਾਜੀ ਨਹੀਂ ਆ ਵੀ ਸਾਹਿਬ ਜੀਓ ਅਸੀਂ ਔਗਣ ਕਰਦੇ ਹਾਂ। ਹੈ ਤਾਂ ਸਹਿਮ, ਡਰ ਤਾਂ ਹੈ ਅੰਦਰ, ਕੰਬਦਾ ਤੇ ਹੈ। ਜਦੋਂ ਗੁਰੂ ਦੀ ਗੱਲ, ਗੁਰੂ ਦਾ ਸ਼ਬਦ ਪੜ੍ਹਦੇ ਹਾਂ, ਇੱਕ ਵਾਰ ਤੇ ਮਨ ਦੇ ਅੰਦਰ ਆਉਂਦਾ ਹੈ ਨਾ, ਜਦੋਂ ਸ਼ਬਦ ਸੁਣਿਆ ਜਾਵੇ, ਪੜ੍ਹਿਆ ਜਾਵੇ, ਜਦੋਂ ਰੋਜ਼ਾਨਾ ਪੜ੍ਹਦੇ ਹਾਂ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗਲਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅੰਦਰ ਚੱਲਦਾ ਹੈ ਨਾ ਮੈਂ ਵੀ ਕਿਤੇ ਨਾ ਕਿਤੇ ਤੇ ਇਹਨਾਂ ਕੰਮਾਂ 'ਚ ਇਨਵੋਲਵ ਹੈਗਾ, ਜਿਨ੍ਹਾਂ ਨੂੰ ਸਭ ਕਹਿੰਦੇ ਨੇ ਪਾਪ ਹੈ।
ਅੰਦਰ ਉਸੇ ਵੇਲੇ ਆ ਜਾਂਦਾ ਹੈ, ਪਰ ਅਗਲੇ ਪਲ ਕੋਈ ਗੱਲ ਨਹੀਂ, ਫਿਰ ਕੀ ਹੈ, ਪਰਿਵਾਰ ਵਾਸਤੇ ਕਰਨਾ ਪੈਂਦਾ ਹੈ, ਟੱਬਰ ਵਾਸਤੇ ਕਰਨਾ ਪੈਂਦਾ ਹੈ। ਨਾਲ ਦੀ ਨਾਲ ਹੀ ਮੁੱਕਰ ਗਿਆ। ਮੰਨ ਲਿਆ ਇੱਕ ਵਾਰ, ਮਨ ਨੂੰ ਪਤਾ ਲੱਗ ਗਿਆ, ਅੰਦਰ ਨੇ ਕਹਿ ਦਿੱਤਾ ਵੀ ਤੂੰ ਗਲਤ ਕਰ ਰਿਹਾ ਹੈ, ਪਰ ਫਿਰ ਅਗਲੇ ਪਲ ਮੁੱਕਰ ਗਿਆ, ਨਹੀਂ ਜੀ ਪਰਿਵਾਰ ਵਾਸਤੇ ਕਰਨਾ ਪੈਂਦਾ ਹੈ, ਫਿਰ ਕੀ ਹੈ। ਸਭ ਕਹਿੰਦੇ ਜਿਸ ਪਰਿਵਾਰ ਵਾਸਤੇ ਕਰ, ਤੇਰੀ ਜ਼ਿੰਮੇਵਾਰੀ ਹੈ, ਪਰਿਵਾਰ ਦੀ ਜ਼ਿੰਮੇਵਾਰੀ ਤੇਰੇ ਉੱਤੇ ਆ, ਤੈਨੂੰ ਕਰਨਾ ਪਏਗਾ, ਪਰ ਗਲਤ ਨਹੀਂ। ਗਲਤ ਕਰੇਗਾ ਉਹਦਾ ਪਰਿਵਾਰ ਦੇ ਉੱਤੇ ਪ੍ਰਭਾਵ ਪਏਗਾ, ਤੇ ਜੋ ਤੂੰ ਕਰ ਰਿਹਾ ਹੈ ਨਾ ਉਹਦਾ ਜ਼ਿੰਮੇਵਾਰ ਤੂੰ ਹੈ, ਪਰਿਵਾਰ ਨਹੀਂ ਹੈ। ਕਈ ਵਾਰ ਸਾਨੂੰ ਲੱਗਦਾ ਹੈ, ਕਈ ਵਾਰ ਅਸੀਂ ਆ ਕੇ ਪਰਿਵਾਰ ਨੂੰ ਕਹਿ ਦਿੰਦੇ, ਦੇਖੋ ਜੀ ਜੇ ਠੱਗੀਆਂ ਮਾਰ ਕੇ ਲਿਆਇਆ ਤੇ ਤੁਹਾਡੇ ਕਰਕੇ ਲਿਆਇਆ। ਸਾਹਿਬ ਕਹਿੰਦੇ ਫਿਰ ਕੀ ਹੋਵੇਗਾ, ਜੇ ਉਹਦਾ ਤੈਨੂੰ ਫਲ ਮਿਲਣਾ ਹੈ ਨਾ ਉਹ ਤੈਨੂੰ ਮਿਲਣਾ ਹੈ, ਸਜ਼ਾ ਮਿਲਣੀ ਹੈ ਤੈਨੂੰ ਮਿਲਣੀ ਹੈ, ਪਰਿਵਾਰ ਨੂੰ ਨਹੀਂ ਮਿਲਣੀ। ਤੇਰੀ ਜ਼ਿੰਮੇਵਾਰੀ ਸੀ, ਤੂੰ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਤੇ ਜੇ ਤੈਨੂੰ ਸਜ਼ਾ ਮਿਲੀ ਹੈ, ਦੱਦਾ ਹੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੁਣ ਪਰਿਵਾਰ ਨੂੰ ਦੋਸ਼ ਨਾ ਦੇ, ਹੁਣ ਕਿਸੇ ਹੋਰ ਨੂੰ ਦੋਸ਼ ਨਾ ਦੇ ਵੀ ਤੁਹਾਡੇ ਕਰਕੇ, ਤੇਰੀ ਜ਼ਿੰਮੇਵਾਰੀ ਸੀ, ਤੂੰ ਕਰ ਰਿਹਾ ਹੈ। ਹਾਂ ਗਲਤ ਕਰ ਰਿਹਾ ਹੈ, ਸਹੀ ਕਰ ਰਿਹਾ ਹੈ, ਇਹ ਹੁਣ ਤੈਨੂੰ ਦੇਖਣਾ ਪਏਗਾ, ਕਿਉਂਕਿ ਸਤਿਗੁਰੂ ਨੇ ਸਪਸ਼ਟ ਕਰ ਦਿੱਤਾ ਵੀ ਗਲਤ ਕਰੇਗਾ ਤੇ ਉਹਦਾ ਨਤੀਜਾ ਵੀ ਤੈਨੂੰ ਭੁਗਤਣਾ ਪਏਗਾ, ਸਹੀ ਕਰੇਗਾ ਤੇ ਉਹਦਾ ਨਤੀਜਾ ਵੀ ਤੇਰੇ ਕੋਲ ਹੀ ਹੈ। ਮਰਜ਼ੀ ਤੇਰੀ ਹੈ। ਪੜ੍ਹਾਉਣ ਵਾਲੇ ਨੇ ਸਹੀ ਪੜ੍ਹਾਇਆ, ਜਮਾਤ ਦੇ ਵਿੱਚ ਕਲਾਸ ਦੇ ਵਿੱਚ ਜਿਨ੍ਹਾਂ ਨੂੰ ਪੜ੍ਹਾਇਆ 40 ਬੱਚੇ ਨੇ, 40 ਨੂੰ ਇੱਕੋ ਹੀ ਅਧਿਆਪਕ ਪੜ੍ਹਾਉਣ ਵਾਲਾ ਹੈ, ਇੱਕੋ ਟੀਚਰ ਨੇ ਪੜ੍ਹਾਇਆ, ਉਹੀ ਕਿਤਾਬਾਂ ਨੇ, ਉਹੀ ਹੋਮਵਰਕ ਮਿਲਿਆ, ਸਾਰਾ ਕੁਝ ਉੱਦਾਂ ਦਾ ਹੀ ਸੀ। ਇੱਕ ਟੌਪ ਕਰ ਗਿਆ, ਇੱਕ ਫੇਲ ਹੋ ਗਿਆ। ਜਿਹਨੇ ਮਿਹਨਤ ਕੀਤੀ ਉਹ ਪਾਸ ਹੋ ਗਿਆ, ਜਿਹਨੇ ਕਿਹਾ ਵੀ ਵੇਖਾਂਗੇ ਕਰ ਲਾਂਗੇ ਫਿਰ ਕੀ ਹੈ, ਟੀਚਰ ਤਾਂ ਬੋਲਦਾ ਹੀ ਰਹਿੰਦਾ ਹੈ, ਜਿਨ੍ਹਾਂ ਨੇ ਇੱਦਾਂ ਕਿਹਾ ਫੇਲ ਹੋ ਗਏ। ਜਿਨ੍ਹਾਂ ਨੂੰ ਲੱਗਦਾ ਹੈ ਗੁਰੂ ਸਾਹਿਬ ਤਾਂ ਕੁਝ ਨਾ ਕੁਝ ਕਹਿੰਦੇ ਹੀ ਰਹਿੰਦੇ ਆ, ਸਤਿਗੁਰੂ ਤਾਂ ਰੋਜ਼ ਹੀ ਇੱਕ ਨਵਾਂ ਹੁਕਮ ਸੁਣਾ ਦਿੰਦੇ ਆ, ਕਦੇ ਜੀਵਨ ਦੇ ਅੰਦਰ ਢੁਕਾਉਣ ਦਾ ਯਤਨ ਕੀਤਾ ਅਸੀਂ? ਰੋਜ਼ਾਨਾ ਅਸੀਂ ਗੁਰਦੁਆਰਾ ਸਾਹਿਬ ਜਦੋਂ ਆਉਂਦੇ ਹਾਂ, ਬਾਹਰ ਮੁੱਖ ਵਾਕ ਲਿਖਿਆ ਹੈ, ਸਾਰੇ ਪੜ੍ਹਦੇ ਹਾਂ, ਸਾਰੇ ਉਹਦੇ ਅਰਥ ਪੜ੍ਹਦੇ ਹਾਂ, ਸਾਰੇ ਦਿਨ ਦੇ ਵਿੱਚ ਕਦੇ ਉਹਨੂੰ ਆਪਣੇ ਜੀਵਨ 'ਚ ਲਾਗੂ ਕਰਨ ਦਾ ਯਤਨ ਕੀਤਾ? ਕਦੇ ਚੇਤਾ ਰੱਖਿਆ? ਅੱਜ ਦਾ ਪਾਵਨ ਮੁੱਖ ਵਾਕ ਸੀ, ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ। ਕਦੇ ਚੇਤਾ ਕੀਤਾ? ਸਾਰੇ ਦਿਨ ਦੇ ਵਿੱਚ ਜਿਨ੍ਹਾਂ ਨੇ ਸਵੇਰੇ ਮੁੱਖ ਵਾਕ ਪੜ੍ਹਿਆ, ਅਰਥ ਪੜ੍ਹੇ, ਚੇਤਾ ਕੀਤਾ ਸਾਰੇ ਦਿਨ 'ਚ ਵੀ ਸਾਹਿਬ ਮੇਰਾ ਨੀਤ ਨਵਾਂ, ਵੀ ਗੁਰੂ ਤਾਂ ਇੱਥੇ ਨਵਾਂ ਹੈ, ਅੱਜ ਵੀ ਕੋਲ ਖਲੋਤਾ ਹੈ, ਅੱਜ ਵੀ ਇੱਥੇ ਹੀ ਹੈ। ਲਾਗੂ ਕੀਤਾ ਆਪਣੇ ਜੀਵਨ 'ਚ? ਸਤਿਗੁਰੂ ਨੇ ਤੇ ਸਵੇਰੇ ਹੁਕਮ ਕਰ ਦਿੱਤਾ ਨਾ ਵੀ ਭਲਿਆ ਤੇਰੇ ਜੀਵਨ ਦੇ ਲਈ ਅੱਜ ਦਾ ਆਹ ਹੁਕਮ ਹੈ, ਤੂੰ ਅੱਜ ਕੀ ਕਰਨਾ ਹੈ? ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਜਿਨ੍ਹਾਂ ਨੇ ਸੇਵਿਆ ਉਹ ਤਰ ਗਏ, ਤੂੰ ਵੀ ਸੇਵ, ਉਹੀ ਦਾਤਾਰ ਹੈ, ਉਹੀ ਦਾਤਾਂ ਦੇਣ ਵਾਲਾ ਹੈ, ਉਹਨੇ ਸਾਰਾ ਕੁਝ ਤੈਨੂੰ ਦੇਣਾ ਹੈ। ਜੀਵਨ 'ਚ ਚੇਤਾ ਰੱਖਿਆ? ਅੱਜ ਖਿਆਲ ਕੀਤਾ ਸਾਰੇ ਦਿਨ 'ਚ? ਸੁਣਿਆ ਜ਼ਰੂਰ ਹੈ। ਸਾਹਿਬ ਕਹਿੰਦੇ ਇਕੱਲਾ ਸੁਣਿਆ ਨਹੀਂ, ਸੁਣਨ ਤੋਂ ਬਾਅਦ ਸੁਣਿਆ, ਮੰਨਿਆ, ਮਨ ਕੀਤਾ ਭਾਓ। ਸੁਣਨ ਤੋਂ ਬਾਅਦ ਮੰਨਣਾ ਸੀ, ਮੰਨਣ ਤੋਂ ਬਾਅਦ ਮਨ ਦੇ ਅੰਦਰ ਭਾਵਨਾ ਦੇ ਨਾਲ ਵਸਾਉਣਾ ਸੀ, ਉਸ ਸ਼ਬਦ ਦੇ ਨਾਲ, ਗੁਰੂ ਦੇ ਸਿਧਾਂਤ ਦੇ ਨਾਲ ਪ੍ਰੇਮ ਪਾ ਕੇ ਉਸ ਮਾਰਗ ਤੇ ਤੁਰਨਾ ਸੀ, ਪਰ ਤੁਰਿਆ ਨਹੀਂ। ਸਭ ਕਹਿੰਦੇ ਪੁੱਛਦਾ ਤੇ ਫਿਰ ਰੋਜ਼ ਹੀ ਹੈ ਨਾ, ਸਾਡੀ ਹਾਲਤ ਉਹੀ ਹੋ ਗਈ ਨਾ, ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਪੂਛਤ ਪਥਿਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਕੈ ਜਾਈਐ, ਪੂਛਤ ਹੈ ਬੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ, ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕੇ, ਹਿਰਦੈ ਬਿਵਚਾਰ ਕਤ ਸੇਜਾ ਸਮਾਈਐ। ਸਭ ਕਹਿੰਦੇ ਫਿਰ ਤੇਰਾ ਹਾਲ ਵੀ ਤੇ ਉੱਦਾਂ ਹੀ ਹੈ। ਗਾਏ ਸੁਨੈ ਆਖੈ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਐ। ਜੇ ਤੂੰ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਸਮਝ ਕੇ ਮਨ 'ਚ ਵਸਾਇਆ ਨਾ, ਫਿਰ ਪੁੱਛਣ ਦਾ ਕੋਈ ਫਾਇਦਾ ਨਹੀਂ ਹੈ। ਤੇਰਾ ਪੁੱਛਣਾ ਸਿਰਫ ਇੱਦਾਂ ਦਾ ਹੈ ਕਿ ਕੋਈ ਬਾਹਰ ਰਸਤੇ ਦੇ ਉੱਤੇ ਖਲੋ ਕੇ ਪੁੱਛਦਾ ਰਵੇ ਵੀ ਇਸ ਪਾਸੇ ਨੂੰ ਜਾਣਾ ਹੈ, ਤੁਰੇ ਹੈ ਹੀ ਨਾ।
ਇੱਥੇ ਹੀ ਖਲੋਤਾ ਰਵੇ। ਉਹਦੇ ਪੁੱਛੇ ਦਾ ਕੋਈ ਲਾਭ ਹੈ? ਰੋਗ ਲੱਗਾ ਏ, ਵੈਦ ਕੋਲ ਗਏ, ਡਾਕਟਰ ਕੋਲ ਗਏ, ਡਾਕਟਰ ਨੇ ਦਵਾਈ ਦੇ ਦਿੱਤੀ, ਪਰਹੇਜ਼ ਦੱਸ ਦਿੱਤਾ, ਨਾ ਦਵਾਈ ਟਾਈਮ 'ਤੇ ਖਾਧੀ ਨਾ ਪਰਹੇਜ਼ ਕੀਤਾ। ਡਾਕਟਰ ਕੋਲ ਜਾਣ ਦਾ ਕੋਈ ਫਾਇਦਾ ਹੋਇਆ? ਕਿਸੇ ਅਰਥ ਲੱਗਾ? ਰੋਗ ਠੀਕ ਨਹੀਂ ਹੋਣਾ, ਦੋਸ਼ ਡਾਕਟਰ ਨੂੰ ਦੇ ਦਈਏ ਤੇ ਫਿਰ ਕੋਈ ਫਰਕ ਥੋੜੀ ਨਾ ਪੈਣਾ, ਦੋਸ਼ ਤੇ ਆਪਣਾ ਸੀ। ਕੋਈ ਇੱਦਾਂ ਦੀ ਇਸਤਰੀ ਜਿਹਦੇ ਜੀਵਨ ਦੇ ਅੰਦਰ ਗੁਣ ਕੋਈ ਨਾ ਹੋਵੇ, ਘਰ ਦੇ ਅੰਦਰ ਸਾਰਾ ਦਿਨ ਕਲੇਸ਼ ਕਰਦੀ ਹੋਵੇ, ਪਰਿਵਾਰ ਦੇ ਅੰਦਰ ਸਾਰਾ ਦਿਨ ਰੌਲਾ ਚੱਲਦਾ ਹੋਵੇ, ਤੇ ਕਿਸੇ ਸਿਆਣੀ ਨੂੰ ਸੁਚੱਜੀ ਨੂੰ ਜਾ ਕੇ ਪੁੱਛੇ ਵੀ ਭੈਣੇ ਤੇਰੇ ਘਰ 'ਚ ਤੇ ਬੜੀ ਸਲਾਹ ਹੈ, ਤੇਰੇ ਘਰ 'ਚ ਰੌਲਾ ਨਹੀਂ ਹੈ, ਤੇ ਉਹ ਸਾਰਾ ਕੁਝ ਦੱਸ ਦੇਵੇ ਵੀ ਭੈਣੇ ਮੇਰੇ ਘਰ 'ਚ ਇਸ ਕਰਕੇ ਰੌਲਾ ਨਹੀਂ ਹੈ। ਅਸੀਂ ਪਿਆਰ ਦੇ ਨਾਲ ਰਹਿੰਦੇ ਹਾਂ, ਅਸੀਂ ਸਤਿਗੁਰੂ ਦੇ ਹੁਕਮ ਨੂੰ ਮੰਨਦੇ ਹਾਂ, ਅਸੀਂ ਦੋਵੇਂ ਟਾਈਮ ਬਾਣੀ ਪੜ੍ਹਦੇ ਹਾਂ, ਸਾਰਾ ਕੁਝ ਦੱਸ ਦੇਵੇ ਤੇ ਘਰੇ ਆਉਂਦਿਆਂ ਹੀ ਫੇਰ ਸੁਭਾਅ ਉੱਦਾਂ ਦਾ ਉੱਦਾਂ ਹੀ ਆ, ਆਉਂਦਿਆਂ ਹੀ ਇੱਕ ਦੂਜੇ ਨੂੰ ਮਾੜਾ ਕਹਿਣਾ ਸ਼ੁਰੂ ਕਰ ਦੇਵੇ, ਫਿਰ ਉਹ ਕੋਈ ਲਾਭ ਤੇ ਨਹੀਂ ਹੋਇਆ ਨਾ ਪੁੱਛਣ ਦਾ। ਸਭ ਕਹਿੰਦੇ ਤੂੰ ਹੀ ਤੇ ਸਾਰਾ ਦਿਨ ਪੁੱਛ ਲਿਆ, ਬਾਣੀ ਸੁਣ ਲਈ, ਬਾਣੀ ਪੜ੍ਹ ਲਈ, ਮੰਨਿਆ ਕਿੱਥੇ ਆ? ਜੇ ਮੰਨਿਆ ਹੀ ਨਹੀਂ ਤੇ ਸਭ ਕਹਿੰਦੇ ਗਾਏ ਸੁਣੈ ਆਖੈ ਮੀਚੈ, ਪਾਈਆ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੌਲਾ ਨਾ ਕਮਾਈਆ। ਜਦੋਂ ਤੱਕ ਗੁਰੂ ਦੇ ਉਪਦੇਸ਼ ਨੂੰ ਕਮਾਇਆ ਨਾ, ਉਦੋਂ ਤੱਕ ਕੀ ਹੋਏਗਾ? ਸਹਿਸੈ ਜੀਰਾ ਪਰ ਰਹਿਓ, ਮਾਕੋ ਅਵਰ ਨਾ ਢੰਗ, ਨਾਨਕ ਗੁਰਮੁਖ ਛੁੱਟੀ ਹੈ। ਸਭ ਕਹਿੰਦੇ ਕਿਵੇਂ ਛੁੱਟੇਗਾ? ਗੁਰਮੁਖ ਗੁਰੂ ਦੇ ਹੁਕਮ ਦੇ ਰਾਹੀਂ, ਗੁਰੂ ਦੇ ਬਚਨਾਂ ਦੇ ਰਾਹੀਂ, ਗੁਰੂ ਦੇ ਸ਼ਬਦ ਦੇ ਰਾਹੀਂ ਛੁੱਟ ਸਕਦਾ ਹੈ। ਹਰ ਪ੍ਰੀਤਮ ਸਿਉ ਸੰਗ, ਗੁਰੂ ਦੇ ਹੁਕਮ ਦੇ ਨਾਲ ਜੁੜ ਕਰਕੇ ਫਿਰ ਰੱਬ ਜੀ ਦੇ ਨਾਲ, ਉਸ ਪ੍ਰੀਤਮ ਦੇ ਨਾਲ, ਪਿਆਰੇ ਦੇ ਨਾਲ ਸਾਂਝ ਬਣ ਸਕਦੀ ਹੈ। ਨਹੀਂ ਤਾਂ ਪਿਆਰੇ ਦੇ ਨਾਲ ਸਾਂਝ ਬਣਨ ਦਾ ਕੋਈ ਢੰਗ ਤਰੀਕਾ ਹੋਰ ਹੈ ਹੀ ਨਹੀਂ। ਇੱਕੋ ਹੀ ਇੱਕ ਤਰੀਕਾ ਹੈ, ਉਹ ਹੈ ਗੁਰੂ ਦੇ ਹੁਕਮ ਨੂੰ ਮੰਨਣਾ, ਇਸ ਮਨ ਨੂੰ ਕਾਬੂ 'ਚ ਕਰਨਾ। ਇਹ ਮਨ ਕਾਬੂ 'ਚ ਹੀ ਉਦਣ ਆਏਗਾ ਜਿੱਦਣ ਗੁਰੂ ਦੇ ਸ਼ਬਦ ਦੇ ਨਾਲ ਇਸ ਮਨ ਨੂੰ ਕਹਿਣਾ ਸ਼ੁਰੂ ਕਰ ਦਈਏ ਵੀ ਮਨਾ ਤੂੰ ਕਿੰਨਾ ਵੀ ਦੌੜ ਲੈ, ਗੁਰੂ ਤੋਂ ਬਿਨਾਂ ਕਿਸੇ ਨੇ ਬਾਹ ਨਹੀਂ ਫੜਨੀ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਉੱਥੇ ਨਾਮ ਹੀ ਤੇਰੇ ਨਾਲ ਜਾਣਾ ਹੈ। ਜਿੱਦਣ ਇਹਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ, ਇਹਨੇ ਸਮਝ ਗਿਆ, ਤੇ ਸਭ ਕਹਿੰਦੇ ਫਿਰ ਜੀਵਨ ਦੇ ਅੰਦਰ ਟਿਕਾ ਜਾਏਗਾ। ਸਤਿਗੁਰੂ ਕਿਰਪਾ ਕਰਨ। ਆਓ ਥੋੜਾ ਵਕਤ ਨਾਮ ਸਿਮਰਨ ਕਰੀਏ, ਫਿਰ ਸਮਾਪਤੀ ਹੈ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰਿਆਂ ਨੇ ਸੁਰਤ ਕਰਕੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਫਿਰ ਜਪਣਾ ਹੈ। ਵਾਹਿਗੁਰੂ 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 ਵਾਹਿਗੁਰੂ। ਵਿਚਾਰਾਂ ਕਰਦੇ ਹਾਂ, ਸਤਿਗੁਰੂ ਦੀ ਮੁਬਾਰਕ ਬਾਣੀ ਨੂੰ ਪੜ੍ਹਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ
ਬਖਸ਼ਿੰਦ ਪਿਤਾ ਨੇ ਬਖਸ਼ ਲੈਣ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅਰਦਾਸ ਕਰਨੀ, ਸਭ ਜੀਓ ਜਿਹੜਾ ਬੋਲਦੇ ਨੇ ਇਹ ਜੀਵਨ ਦੇ ਅੰਦਰ ਆ ਜਾਏ, ਇਹ ਵੀ ਕਮਾਉਣਾ ਸ਼ੁਰੂ ਕਰ ਦੇਣ। ਸਭਨਾਂ ਦਾ ਧੰਨਵਾਦ। ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।